नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच। मैं हाँ तरनजीत कौर घुम्मण हाज़र हाँ जी लैके तुहाडा अपना प्रोग्राम इमीग्रेशन मैटर्स जिहदे विच अज असीं गलबात करांगे कैनेडियन इमीग्रेशन संबंधी। सो असीं देख रहे हैं जी इस वक्त वक्-वक् प्रोविंसेस दे विच ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਕੈਨੇਡਾ ਲੈਵਲ ਦੇ ਉੱਤੇ ਵੀ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਚਾਹੇ ਉਹ ਟਰੈਵਲ ਰਿਸਟ੍ਰਿਕਸ਼ਨਸ ਐਕਸਟੈਂਡ ਕਰਨ ਨੂੰ ਲੈ ਕੇ ਹੋਵੇ, ਚਾਹੇ ਉਹ ਇਮੀਗ੍ਰੇਸ਼ਨ ਪਲੈਨਿੰਗ ਨੂੰ ਲੈ ਕੇ ਹੋਵੇ। तो ਅੱਜ ਕਾਫੀ ਗੱਲਾਂ ਉੱਤੇ ਅਸੀਂ ਗੱਲਬਾਤ ਕਰਾਂਗੇ, ਕਈ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਸਪਾਊਸ ਕੇਸਿਸ ਦੇ ਬਾਰੇ ਵਿੱਚ। ਸੋ ਸਪਾਊਸ ਤੋਂ ਇਲਾਵਾ ਵੀ ਤੁਹਾਡਾ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਹੋਰ ਸਵਾਲ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਸਵਾਗਤ ਹੈ ਸਰ। बहुत बहुत शुक्रिया तरना ते सारे दर्शकों ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ ਸਰ। ਹੁਣ ਆਪਾਂ ਹੁਣੀ ਹਜੇ ਡਿਸਕਸ ਕਰ ਰਹੇ ਸੀ ਕਿ ਓਨਟਾਰੀਓ ਦੇ ਵਿੱਚ ਚਾਹੇ ਕੇਸਿਸ ਵੱਧ ਗਏ ਨੇ ਪਰ ਸਰਕਾਰ ਹੁਣ ਹੌਲੀ ਹੌਲੀ ਕਰਕੇ ਇਕਨੋਮੀ ਖੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਅਜੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਉਹਨਾਂ ਦੇ ਵੀ ਕੁਝ ਬਿਆਨ ਸਾਹਮਣੇ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਆਪਣਾ ਪਲਾਨ ਦੱਸਿਆ ਵਾ ਕਿ ਕੈਨੇਡਾ ਕੇ ਇਮੀਗ੍ਰੈਂਟਸ ਨੂੰ ਬੁਲਾਉਣ ਲਈ ਤਿਆਰ ਹੈ ਅਗਲੇ 3 ਸਾਲਾਂ ਵਿੱਚ। ਲੇਟੈਸਟ ਜੋ ਇਸ ਵਕਤ ਇਨਫੋਰਮੇਸ਼ਨ ਆਪਾਂ ਪ੍ਰੋਗਰਾਮ ਦੀ ਸਟਾਰਟਿੰਗ 'ਚ ਡਿਸਕਸ ਕਰ ਰਹੇ ਸੀ ਸਪਾਊਸ ਕੇਸਿਸ ਨੂੰ ਲੈ ਕੇ ਕਾਫੀ ਇਸ ਵਕਤ ਸਰਕਾਰ ਕਾਫੀ ਤੇਜ਼ੀ ਨਾਲ ਹੁਣ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ। ਇਹ ਤਾਂ ਉਹੀ ਹੋ ਗਿਆ ਕਿ ਜਦੋਂ ਤੱਕ ਤੁਸੀਂ ਪ੍ਰੋਟੈਸਟ ਨਹੀਂ ਕਰੋਗੇ, ਬੋਲੋਗੇ ਨਹੀਂ, ਸਰਕਾਰ ਵੀ ਨਹੀਂ ਸੁਣੇਗੀ। ਸੋ ਆਪਾਂ ਸਪਾਊਸ ਕੇਸਿਸ ਤੋਂ ਜੇ ਸ਼ੁਰੂਆਤ ਕਰੀਏ ਤਾਂ ਸਰਕਾਰ ਨੇ ਇਹਨੂੰ ਲੈ ਕੇ ਇਸ ਵਕਤ ਕੀ ਨਵਾਂ ਫੈਸਲਾ ਲੈ ਕੇ ਆਂਦਾ ਆ? ਕਿਉਂਕਿ ਕਰਨ ਬਹੁਤ ਜ਼ਿਆਦਾ ਡਿਲੇ ਹੋ ਰਿਹਾ ਸੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਜਿਹੜੇ ਕੋਵਿਡ ਕਰਕੇ ਜਿਹੜੇ ਆਊਟਸਾਈਡ ਆਫ ਕੈਨੇਡਾ ਕੇਸਿਸ ਦੀ ਪ੍ਰੋਸੈਸਿੰਗ ਹੈ ਉਹਦੇ ਵਿੱਚੋਂ ਬਹੁਤ ਦੇਰੀ ਹੋ ਰਹੀ ਸੀਗੀ। ਤੇ ਪਿੱਛੇ ਜੇ ਇੱਕ ਅਨਾਉਂਸਮੈਂਟ ਆਇਆ ਸੀ ਜਿੱਥੇ ਕਿ ਵਰਕਫੋਰਸ ਨੂੰ ਵਧਾਇਆ ਗਿਆ ਸੀਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੰਮ ਕਰਨ ਤੇ ਕੇਸਾਂ ਦਾ ਛੇਤੀ ਨਿਪਟਾਰਾ ਕਰਨ, ਪਰ ਸਟਿਲ ਬੈਕਲੌਗ ਬਹੁਤ ਹੋ ਚੁੱਕਿਆ ਹੈਗਾ। ਤੇ ਦੂਜਾ ਟਰੈਵਲ ਰਿਸਟ੍ਰਿਕਸ਼ਨਸ ਵੀ ਜਿਹੜੀਆਂ ਵਧ ਗਈਆਂ ਹੋਈਆਂ 30 ਨਵੰਬਰ ਤੱਕ। ਸੋ ਉਹ ਇਸੇ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਫੈਸਲਾ ਕਰਿਆ ਕਿ ਜਿਹੜੇ ਲੋਕ ਵਿਆਹ ਦੇ ਕੇਸ ਜਿਨ੍ਹਾਂ ਨੇ ਕੈਨੇਡਾ ਤੋਂ ਬਾਹਰ ਅਪਲਾਈ ਕੀਤੇ ਹੋਏ ਨੇ ਉਹਨਾਂ ਨੂੰ ਜਿਹੜਾ ਡਿਊਲ ਇੰਟੈਂਟ ਹੈ, ਮਤਲਬ 2 ਮਨਸੂਬੇ ਹੈਗੇ ਨੇ। ਇੱਕ ਪਾਸੇ ਤੁਸੀਂ ਪੱਕੇ ਤੌਰ ਤੇ ਕੇਸ ਅਪਲਾਈ ਕਰਿਆ, ਦੂਜੇ ਪਾਸੇ ਤੁਸੀਂ ਵਿਜ਼ਿਟ ਵੀਜ਼ਾ ਤੇ ਆਉਣਾ ਚਾਹੁੰਦੇ ਹੋ, ਕਾਫੀ ਤਬਦੀਲੀ ਹੈ ਜਿਹੜੀ ਕੀਤੀ ਹੈ। ਸੋ ਸੈਕਸ਼ਨ 22 ਹੈ ਜਿਹੜਾ ਕਾਨੂੰਨ ਦੀ ਧਾਰਾ 22 ਉਹ ਕਹਿੰਦਾ ਹੈਗਾ ਕਿ ਤੁਹਾਡੇ ਡਿਊਲ ਇੰਟੈਂਟ ਨੂੰ ਪ੍ਰੋਕਲੂਡ ਨਹੀਂ ਕਰਦੀ ਇਮੀਗ੍ਰੇਸ਼ਨ ਐਪਲੀਕੇਸ਼ਨ ਕਰਨ ਤੋਂ, ਮਤਲਬ ਕਿ ਮਨਾ ਨਹੀਂ ਹੈਗਾ ਪਰ ਆਫਿਸਰ ਨੇ ਉਹਨੂੰ ਡਿਫਰੈਂਟ ਤਰੀਕੇ ਨਾਲ ਜੱਜ ਕਰਨਾ। ਡਿਊਲ ਇੰਟੈਂਟ ਦਾ ਮਤਲਬ ਹੈਗਾ 2 ਮਕਸਦ ਜਾਂ 2 ਮਨਸੂਬੇ। ਸੋ ਇੱਕ ਪਾਸੇ ਤਾਂ ਤੁਸੀਂ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਇਹ ਕਹਿ ਕੇ ਕਿ ਮੈਂ ਪੱਕੇ ਤੌਰ ਤੇ ਜਾ ਕੇ ਕੈਨੇਡਾ 'ਚ ਵਸਣਾ ਚਾਹੁੰਦਾ। ਦੂਜੇ ਪਾਸੇ ਤੁਸੀਂ ਵਿਜ਼ਿਟ ਵੀਜ਼ਾ ਐਪਲੀਕੇਸ਼ਨ ਫਾਈਲ ਕਰ ਰਹੇ ਹੋ ਇਹ ਕਹਿ ਕੇ ਕਿ ਮੈਂ ਆਪਣੇ ਸਪਾਊਸ ਨੂੰ ਮਿਲਣਾ ਤੇ ਮਿਲ ਕੇ ਮੈਂ ਵਾਪਸ ਆ ਜਾਊਗਾ। ਤੇ ਜੇ ਤੁਹਾਡਾ ਵਾਪਸ ਕਿਉਂ ਆਉਂਗੇ ਜੇ ਤੁਸੀਂ ਆਲਰੇਡੀ ਆਪਣਾ ਮਨਸੂਬਾ ਪੱਕੇ ਤੌਰ ਤੇ ਦਾਖਲ ਕੀਤਾ ਹੋਇਆ ਜੀ। ਤੇ ਸੈਕਸ਼ਨ 179 ਕਹਿੰਦਾ ਹੈਗਾ ਕਿ ਬੰਦੇ ਨੂੰ ਵਿਜ਼ਿਟ ਵੀਜ਼ਾ ਨਾ ਦਿੱਤਾ ਜਾਵੇ ਜੇ ਉਹਨੇ ਵਾਪਸ ਕੈਨੇਡਾ ਤੋਂ ਨਹੀਂ ਆਉਣਾ ਹੈਗਾ। ਸੋ ਇੱਕ ਪਾਸੇ ਤਾਂ ਉਹਨੇ ਪੱਕੇ ਤੌਰ ਤੇ ਅਰਜ਼ੀ ਕੀਤੀ ਹੈ, ਦੂਜੇ ਪਾਸੇ ਉਹ ਵਾਪਸ ਆਉਣ ਦੀ ਗੱਲ ਕਰਦਾ ਹੈ। ਸੋ ਇਹਦੇ ਕਰਕੇ ਜਿਹੜਾ ਸਪਾਊਸ ਨੂੰ ਵਿਜ਼ਿਟ ਵੀਜ਼ਾ ਮਿਲਣਾ ਬਹੁਤ ਮੁਸ਼ਕਲ ਹੁੰਦਾ ਸੀ। ਪਰ ਹੁਣ ਜਿਹੜੀਆਂ ਇੰਸਟਰਕਸ਼ਨ ਮੈਨੂਅਲ ਦੇ ਵਿੱਚੋਂ ਸਰਕਾਰ ਨੇ ਚੇਂਜ ਹੈ ਜਿਹੜਾ ਕੀਤਾ ਗਿਆ, ਹੁਣ ਇੱਕ ਬਹੁਤ ਸਪੈਸੀਫਿਕ ਸੈਟ ਕ੍ਰਾਈਟੇਰੀਆ ਜਿਹੜਾ ਉਹ ਇੰਸਟੀਟਿਊਟ ਕੀਤਾ ਗਿਆ। ਸੋ 4 ਕ੍ਰਾਈਟੇਰੀਆ ਨੇ ਜੇ ਤੁਸੀਂ ਮੀਟ ਕਰਨਾ ਹੈ, ਉਹ 4 ਕ੍ਰਾਈਟੇਰੀਆ ਮੀਟ ਕਰਨ ਤੋਂ ਬਾਅਦ ਹੀ ਤੁਹਾਨੂੰ ਵਿਜ਼ਿਟ ਵੀਜ਼ਾ ਜਿਹੜਾ ਉਹ ਮਿਲੂਗਾ। ਸੋ ਕ੍ਰਾਈਟੇਰੀਆ ਨੰਬਰ 1 ਹੈਗਾ ਕਿ ਕੀ ਜਿਹੜੀ ਤੁਹਾਡੀ ਸਪਾਂਸਰਸ਼ਿਪ ਅਰਜ਼ੀ ਹੈ ਉਹਦੀ ਮਨਜ਼ੂਰੀ ਹੋ ਚੁੱਕੀ ਹੈ, ਪਹਿਲਾ ਕ੍ਰਾਈਟੇਰੀਆ। ਦੂਜਾ ਕ੍ਰਾਈਟੇਰੀਆ ਹੈਗਾ ਕਿ ਜਿਹੜੀ ਤੁਹਾਡੀ ਸਪਾਊਸਲ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਉਹ ਫਸਟ ਸਟੇਜ ਅਪਰੂਵਲ ਹੋ ਚੁੱਕੀ ਹੈ। ਤੇ ਤੀਜਾ ਜਿਹੜਾ ਤੁਹਾਡਾ ਦੇਸ਼ ਹੈਗਾ, ਜਿਹੜਾ ਤੁਹਾਡਾ ਹੋਮ ਕੰਟਰੀ ਹੈ, ਉਹਦੇ ਨਾਲ ਤੁਹਾਡੀਆਂ ਕੀ ਸਿਗਨੀਫਿਕੈਂਟ ਟਾਈਜ਼ ਹੈਗੀਆਂ, ਮਤਲਬ ਉੱਥੇ ਤੁਹਾਡੀ ਕੀ ਸਾਂਝ ਹੈ ਤੁਹਾਡੀ ਉਹ ਮੁਲਕ ਦੇ ਨਾਲ। ਤੇ ਚੌਥਾ ਜੇ ਤੁਹਾਡਾ ਪਰਮਨੈਂਟ ਰੈਜ਼ੀਡੈਂਸ ਦਾ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਤੁਹਾਡੇ ਕੋਲ ਕੀ ਪਲਾਨ ਹੈ ਕਿ ਤੁਸੀਂ ਵਾਪਸ ਆਓਗੇ। तो जे 4 क्राइटेरिया ਆਪਾਂ ਪੂਰੇ ਕਰਦੇ हैं ਤਾਂ ਫਿਰ ਆਫਿਸਰ ਤੁਹਾਨੂੰ ਵਿਜ਼ਿਟ ਵੀਜ਼ਾ ਦੇ ਸਕਦਾ ਹੈ ਤੇ ਉਹ ਤੁਸੀਂ ਆ ਕੇ ਆਪਣੇ ਸਪਾਊਸ ਨਾਲ ਕੈਨੇਡਾ ਦੇ ਵਿੱਚ ਰਹਿ ਸਕਦੇ ਹੋ। ਤੁਹਾਡੀ ਅਰਜ਼ੀ ਹੈ ਜਿਹੜੀ ਉਹ ਚੱਲ ਸਕਦੀ ਹੈ ਜਾਂ ਤੁਹਾਡੀ ਮਰਜ਼ੀ ਹੈ ਤੁਸੀਂ ਇੱਥੇ ਆ ਕੇ ਵਿਦਨ ਕੈਨੇਡਾ ਆਪਣੀ ਐਪਲੀਕੇਸ਼ਨ ਵੀ ਫਾਈਲ ਕਰ ਸਕਦੇ। ਸਰ ਇਹ ਜਿਹੜਾ ਨਵਾਂ ਸਰਕਾਰ ਨੇ ਇਹ ਸੋਧ ਕੀਤੀ ਆ ਇਹ ਤੁਹਾਨੂੰ ਕੀ ਲੱਗ ਰਿਹਾ ਇਹ ਕੇਸ ਨੂੰ ਹੋਰ ਕੰਪਲਿਕੇਟਡ ਕਰੇਗਾ ਜਾਂ ਫਿਰ ਇਹਨੂੰ ਸੁਖਾਲਾ ਬਣਾਉਣ ਲਈ ਕੀਤਾ ਗਿਆ ਇਹ ਉਹਨਾਂ ਹੀ ਕੇਸਿਸ ਨੂੰ ਤਰਨ ਫਾਇਦਾ ਮਿਲਣਾ ਜਿਹੜੇ ਇਹ ਚਾਰੋਂ ਕ੍ਰਾਈਟੇਰੀਆ ਫੁਲਫਿਲ ਕਰਦੇ ਹੋਣਗੇ। तो सब तो पहले आप क्राइटेरिया की गल की है कि की उन्होंने स्पाउसल स्पॉन्सरशिप मंजूरी हो चुकी है। हाले यह जो बहुत सारे केस ने जिन्होंने ये मंजूरी भी नहीं मिली। तो कई लोगों ने मार्च च अप्रैल च केस अप्लाई किए हुए ने, हाले तक उन्होंने एक्नॉलेजमेंट की चिट्ठी भी नहीं आई। ज़्यादातर के सरकार ने
ਲਾਸਟ ਮੰਥ ਐਕਚੁਅਲੀ ਸੈਪਟੈਂਬਰ ਐਂਡ ਤੇ ਫੈਸਲਾ ਕੀਤਾ ਸੀ ਕਿ ਫਿਲਹਾਲ ਟੈਂਪਰੇਰੀ ਫਾਈਲ ਨੰਬਰ ਪ੍ਰੋਵਾਈਡ ਕਰ ਦਿੱਤੇ ਜਾਣ ਤਾਂ ਕਿ ਜਿਹੜੇ ਕਾਗਜ਼ ਆ ਉਹ ਬਾਅਦ ਚ ਮੰਗ ਲਿਆ ਜਾਵੇ। ਸੋ ਬਹੁਤ ਸਾਰੇ ਲੋਕਾਂ ਨੂੰ ਤਾਂ ਟੈਂਪਰੇਰੀ ਫਾਈਲ ਨੰਬਰ ਆ ਗਏ, ਬਹੁਤ ਸਾਰਿਆਂ ਨੂੰ ਹਲੇ ਨਹੀਂ ਆਏ ਹੈਗੇ। ਸੋ ਜਿੰਨਾ ਚਿਰ ਸਪਾਂਸਰਸ਼ਿਪ ਦੀ ਹਲੇ ਫੈਸਲਾ ਨਹੀਂ ਹੋਇਆ ਉਹਨਾਂ ਚਿਰ ਇਹ ਲੋਕ ਇਸ ਗੱਲ ਦਾ ਫਾਇਦਾ ਨਹੀਂ ਲੈ ਸਕਣਗੇ। ਇਹ ਵੀ ਸਰਕਾਰ ਦੇ ਹੱਥ 'ਚ ਹੈ ਕਿ ਉਹ ਕਦੋਂ ਸਪਾਂਸਰਸ਼ਿਪ ਤੇ ਫੈਸਲਾ ਜਿਹੜਾ ਉਹ ਕਰਨਗੇ ਜਾਂ ਨਹੀਂ ਕਰਨਗੇ। ਸੋ ਇਹਦੇ 'ਚ ਇੰਡੀਵਿਜੂਅਲ ਦਾ ਤਾਂ ਰੋਲ ਹੈ ਨਹੀਂ, ਇਹ ਤਾਂ ਸਰਕਾਰ ਦਾ ਹੀ ਰੋਲ ਹੈ। ਉਹਦੇ 'ਚ ਕਾਫੀ ਸਾਰੇ ਫੈਕਟਰਸ ਹੋਰ ਵੀ ਇਨਵੋਲਵ ਹੋ ਜਾਂਦੇ ਨੇ ਕਿ ਜੇ ਤੁਹਾਡੀ ਇਨਕਮ ਘੱਟ ਹੈਗੀ ਹੈ ਮੰਨ ਲਓ ਤਾਂ ਤੁਹਾਨੂੰ ਸੋਸ਼ਲ ਸਿਕਿਉਰਿਟੀ ਚੈੱਕ ਲਈ ਤੁਹਾਡੇ ਜਿਹੜਾ ਰੀਜਨ ਹੈਗਾ ਜਾਂ ਸਿਟੀ ਹੈਗਾ ਉੱਥੇ ਭੇਜਿਆ ਜਾਂਦਾ। ਹੁਣ ਸਿਟੀ ਹਾਲ 'ਚ ਵੀ ਲੋਕ ਘੱਟ ਕੰਮ ਕਰ ਰਹੇ ਨੇ, ਰੀਜਨ ਅਪੀਲ ਜਾਂ ਜਿਹੜਾ ਵੀ ਯਾਰਕ ਰੀਜਨ ਕਿਤੇ ਵੀ ਹੈਗਾ ਉਹਦੇ 'ਚ ਲੋਕ ਘੱਟ ਕੰਮ ਕਰ ਰਹੇ ਨੇ। ਜੇ ਉੱਥੇ ਘੱਟ ਕੰਮ ਕਰ ਰਹੇ ਨੇ ਕਈ ਵਾਰੀ ਉੱਥੋਂ ਜਵਾਬ ਹੀ ਨਹੀਂ ਆਉਂਦਾ ਕਿ ਉਹਨੂੰ ਅਪਰੂਵਲ ਦੇ ਉੱਤੇ। ਸੋ ਉਹ ਵੀ ਸਿਚੁਏਸ਼ਨ ਨੂੰ ਲੰਬਾ ਕਰ ਸਕਦਾ। ਹੋਰ ਵੀ ਕਾਫੀ ਚੀਜ਼ਾਂ ਹੋ ਸਕਦੀਆਂ ਨੇ। ਤੇ ਦੂਜਾ ਕਈ ਵਾਰੀ ਕਿਸੇ ਦੀ ਕ੍ਰਿਮੀਨੈਲਿਟੀ ਹੈ ਤੇ ਉਹਦੀ ਸਪਾਂਸਰਸ਼ਿਪ ਹੈ ਜਿਹੜੀ ਉਹ ਮਨਜ਼ੂਰ ਨਹੀਂ ਹੋ ਸਕਦੀ। ਸੋ ਕਿੰਨੀਆਂ ਫੈਕਟਰਸ ਇਨਵੋਲਵ ਹੋਣਗੀਆਂ। ਦੂਜਾ ਕਿ ਜਿਹੜੀ ਪਰਮਾਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਹੈ ਉਹਨੂੰ ਮਨਜ਼ੂਰੀ ਮਿਲ ਚੁੱਕੀ ਹੈ ਫਸਟ ਸਟੇਜ ਦੀ। ਇਹ ਇੱਕ ਜਿਹੜਾ ਲੀਗਲ ਪ੍ਰੋਫੈਸ਼ਨਲ ਦਾ ਇਹ ਗੱਲ ਸਮਝ ਆ ਜੂਗੀ, ਪਰ ਜਿਹੜਾ ਇੱਕ ਕਾਮਨ ਮੈਨ ਹੈ ਉਹਨੂੰ ਇਹ ਗੱਲ ਥੋੜੀ ਸਮਝਣੀ ਮੁਸ਼ਕਲ ਹੋਏਗੀ। ਇਹਦੇ ਬਾਰੇ ਗੱਲ ਕਰਾਂਗੇ। ਸਰ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ? ਮੈਂ ਆਠਵਾ ਤੋਂ ਬੋਲ ਰਹੀ ਹਾਂ ਜੀ। ਦੱਸੋ ਕੀ ਸਵਾਲ ਹੈ? ਤੇ ਮੇਰਾ ਸਵਾਲ ਸੀਗਾ ਗੁਰਪ੍ਰੀਤ ਜੀ ਨੂੰ ਕਿ ਜਿਹੜੇ ਅਸੀਂ ਨੈਨੀ ਵਾਸਤੇ ਕਿਸੇ ਨੂੰ ਬੁਲਾਉਣਾ ਹੈਗਾ ਇੰਡੀਆ ਤੋਂ ਤਾਂ ਉਹਦੇ ਵਾਸਤੇ ਕੋਈ ਇਸ ਤਰ੍ਹਾਂ ਹੈਗਾ ਕੁਝ ਜਾਂ ਫਿਰ ਉਹਨੂੰ ਆਈਲੈਟਸ ਵੀ ਕਰਨੀ ਪੈਣੀ ਆ? ਜੀ ਨੈਨੀ ਦੇ ਬੇਸ ਦੇ ਉੱਤੇ ਪੁੱਛਣਾ ਚਾਹੁੰਦੇ ਹਾਂ ਕੀ ਮੇਨ ਕੰਡੀਸ਼ਨਸ ਹੋ ਸਕਦੀਆਂ ਨੇ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ। ਕੁਝ ਪੁੱਛਣਾ ਤਾਂ ਨਹੀਂ ਹੋਰ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇੱਕ ਹੋਰ ਕਾਲਰ ਜੁੜ ਗਏ ਨੇ। ਹੈਲੋ ਹੈਲੋ ਸਰ ਤੁਸੀਂ ਦੁਬਾਰਾ ਰਿਪੀਟ ਕਰੋਗੇ ਕਿੱਥੋਂ ਬੋਲ ਰਹੇ ਹੋ? ਹੈਲੋ, ਮੈਂ ਆਟੋਮੈਟਿਕ ਤੋਂ ਬੋਲ ਰਿਹਾ ਜੀ ਸਰ ਦੱਸੋ ਕੀ ਸਵਾਲ ਹੈ? ਸਰ ਤੁਹਾਡੀ ਆਵਾਜ਼ ਦੇ ਵਿੱਚ ਬਹੁਤ ਡਿਸਟਰਬੈਂਸ ਆ ਰਹੀ ਹੈ, ਤੁਸੀਂ ਦੁਬਾਰਾ ਰਿਪੀਟ ਕਰੋਗੇ? ਮੈਮ ਇੱਕ ਨਾ ਅਪਰੂਵਲ ਪਈ ਹੈ, LMI ਅਪਰੂਵ ਪਈ ਆ ਮੇਰੀ ਆਪਣੀ। ਉਹਦਾ ਵੀ ਪੁੱਛਣਾ ਸੀ ਕਿ ਆਨਲਾਈਨ ਅਪਲਾਈ ਕੀਤਾ ਜਾਵੇ ਜਾਂ ਬਾਰਡਰ ਕੇ ਜਾਇਆ ਜਾਵੇ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਜੀ ਮੈਂਡਨ ਤੋਂ ਬੋਲਦੇ ਹਾਂ। ਮੈਂ ਅੱਗੇ ਵੀ ਤੁਹਾਨੂੰ ਵੀ 22 ਦਿਨ ਹੋ ਗਏ ਕਾਲ ਕੀਤੀ ਸੀ। ਜੀ ਜੀ ਮੈਮ। ਆਪਣਾ ਬੇਟਾ ਆਇਆ ਇੱਥੇ, ਉਹਦਾ ਵਰਕ ਪਰਮਿਟ ਆ ਉਹਦੇ ਕੋਲ ਤੇ ਉਹਦੀ ਫੈਮਿਲੀ ਆਉਣਾ ਚਾਹੁੰਦੀ, ਉਹਨਾਂ ਕੋਲ ਵਿਜ਼ਟਰ ਵੀਜ਼ਾ ਆਏਗਾ ਤੇ ਤੁਸੀਂ ਆਖਿਆ ਜੀ ਉਹਨਾਂ ਦਾ ਇਮੀਗ੍ਰੇਸ਼ਨ ਵਾਲਿਆਂ ਨੂੰ ਅਪਲਾਈ ਕਰੋ। ਜੀ ਅਸੀਂ ਸਾਰੇ ਪੇਪਰ ਉਹਨਾਂ ਨੂੰ ਅਪਲਾਈ ਕਰ ਦਿੱਤੇ ਸੀਗੇ ਤੇ 22 ਦਿਨ ਹੋ ਗਏ ਕੀਤਿਆਂ ਨੂੰ, ਅਜੇ ਉਹਨਾਂ ਸਾਨੂੰ ਜਵਾਬ ਨਹੀਂ ਦਿੱਤਾ ਕੋਈ ਵੀ। ਉਹਦਾ ਕੀ ਹੋਣਾ ਚਾਹੀਦਾ? ਉਹਨਾਂ ਨੂੰ ਮੈਸੇਜ ਕਰੀਏ ਜਾਂ ਕਿੰਨਾ ਦਿਨਾਂ ਦਾ ਜਵਾਬ ਦਿੰਦੇ ਆ? ਮੈਮ ਤੁਸੀਂ ਪੂਰਾ ਕੇਸ ਡਿਸਕਸ ਕਰ ਸਕਦੇ ਹੋ ਕਿ ਮੈਨੂੰ ਨਹੀਂ ਪਤਾ ਕਦੋਂ ਤੁਸੀਂ ਕਾਲ ਕੀਤੀ ਹੈ। ਤੁਸੀਂ ਦੁਬਾਰਾ ਦੱਸ ਸਕਦੇ ਹੋ ਜੀ ਕੀ ਕੇਸ ਸੀ ਪੂਰਾ? ਕਿਉਂਕਿ ਮੈਂ ਸਮਝ ਗਿਆ। ਹਾਂਜੀ ਹਾਂਜੀ। ਤੁਸੀਂ ਕੁਝ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਰ ਪਹਿਲਾਂ ਜਿਨ੍ਹਾਂ ਨੇ ਨੈਨੀ ਦੇ ਬਾਰੇ ਵਿੱਚ ਪੁੱਛਿਆ ਸੀ ਕੰਡੀਸ਼ਨ। ਜੀ ਤਾਂ ਨੈਨੀ ਦੇ ਇੱਕ ਅਪਡੇਸ਼ਨ ਦੇਣੀ ਚਾਹੁੰਦਾ ਹੈਗਾ ਮੈਂ। ਕੱਲ 2 ਨਵੰਬਰ ਨੂੰ ਜਿਹੜੀਆਂ 2750 ਬੱਚਿਆਂ ਦੀ ਸੇਵਾ ਲਈ ਐਪਲੀਕੇਸ਼ਨਸ ਨੇ ਉਹ ਉਹਨਾਂ ਦਾ ਕੋਟਾ ਪੂਰਾ ਹੋ ਚੁੱਕਿਆ ਹੈਗਾ। ਸੋਹਣੇ ਨਵਾਂ ਜਿਹੜਾ ਕੋਟਾ ਹੈਗਾ 1 ਜਨਵਰੀ 2021 ਨੂੰ ਲੁਕਾ ਜੀ। ਸੋ ਹਾਂ ਹੁਣ 2 ਮਹੀਨੇ ਕੋਈ ਅਰਜ਼ੀ ਹੋਰ ਦਾਖਲ ਨਹੀਂ ਹੋ ਸਕਦੀ, ਪਰ ਜਿਹੜੀ ਬਜ਼ੁਰਗਾਂ ਦੀ ਟੇਕ ਕੇਅਰ ਹੈ ਉਹਦੇ ਲਈ ਹਲੇ ਬਹੁਤ ਘੱਟ ਐਪਲੀਕੇਸ਼ਨਸ ਨੇ, ਉਹਦੇ 'ਚ ਦਾਖਲ ਹੋ ਸਕਦਾ। ਸੋ ਜਿਹੜਾ ਕੋਈ ਏਜ ਲਿਮਿਟ ਨਹੀਂ ਹੈਗਾ। ਸੋ ਜਿਹੜਾ ਰਿਟਾਇਰਿੰਗ ਏਜ ਹੈ ਉਹ 60 ਹੈ। ਸੋ ਉਹਦੇ ਤੱਕ ਕਦੋਂ ਵੀ ਆ ਸਕਦੇ ਨੇ। ਹਾਂਜੀ, ਅੰਗਰੇਜ਼ੀ ਟੈਸਟ ਦੇਣਾ ਬਿਲਕੁਲ ਉਹਨੂੰ ਆਇਲਸ ਤੋਂ 5 ਬੈਂਡ ਹੈ ਜਿਹੜੇ ਉਹ ਚਾਹੀਦੇ ਹੋਣਗੇ। ਇਹਦੇ ਨਾਲ 1 ਸਾਲ ਪੋਸਟ ਸੈਕੰਡਰੀ ਕੈਨੇਡੀਅਨ ਐਜੂਕੇਸ਼ਨ ਦੇ ਇਕੁਇਵਲੈਂਟ ਹੈ ਜਿਹੜੀ ਉਹਨਾਂ ਨੂੰ ਪੜ੍ਹਾਈ ਵੀ ਚਾਹੀਦੀ ਹੋਊਗੀ। 6 ਮਹੀਨੇ ਦੀ ਟ੍ਰੇਨਿੰਗ ਜਾਂ ਫਿਰ 1 ਸਾਲ ਦਾ ਐਕਸਪੀਰੀਅੰਸ ਵੀ ਚਾਹੀਦਾ ਹੋਊਗਾ ਜੀ। ਨੈਕਸਟ ਸੀ ਜੀ ਜਿਨ੍ਹਾਂ ਨੇ ਐਡਮਿੰਟਨ ਤੋਂ ਕਾਲ ਕੀਤੀ ਸੀ, ਉਹ ਪੁੱਛਦੇ ਸੀ ਬਾਰਡਰ ਤੇ ਜਾ ਕੇ ਉਹਨਾਂ ਬੈਟਰ ਰਹੇਗਾ ਜਾਂ ਫਿਰ ਆਨਲਾਈਨ ਬੈਟਰ ਰਹੇਗਾ ਅਪਲਾਈ ਕਰਨਾ ਵਰਕ ਪਰਮਿਟ ਲਈ? ਆਈ ਥਿੰਕ LMI ਅਪਰੂਵਲ ਉਹਨਾਂ ਦੀ ਆ ਚੁੱਕੀ। ਸੋ ਜਿਹੜਾ ਆਨਲਾਈਨ ਹੈ ਉਹ ਤਾਂ ਹੀ ਅਪਲਾਈ ਕਰ ਸਕਦੇ ਨੇ ਜੇ 24 ਅਗਸਤ ਨੂੰ 2020 ਨੂੰ ਉਹਨਾਂ ਦਾ ਵਿਜ਼ਟਰ ਸਟੇਟਸ ਵੈਲਿਡ ਸੀਗਾ, ਤਾਂ ਹੀ ਉਹਨਾਂ ਕੋਲ ਆਪਸ਼ਨ ਹੈ। ਅਦਰਵਾਈਜ਼ ਹੁਣ ਆਪਾਂ ਨੂੰ ਪਤਾ ਨਹੀਂ ਉਹ ਵਿਜ਼ਿਟਰ ਤੇ ਨੇ ਜਾਂ ਕਿਸੇ ਹੋਰ ਸਟੇਟਸ ਤੇ ਨੇ, ਪਰ ਅਸਿਊਮਿੰਗ ਜੋ ਵਿਜ਼ਿਟਰ ਹੈਗੇ ਨੇ ਤੇ ਉਹਨਾਂ ਦਾ ਸਟੇਟਸ 24 ਅਗਸਤ 2020 ਨੂੰ ਵੈਲਿਡ ਸੀਗਾ। ਆਨਲਾਈਨ ਸਿਰਫ ਤਾਂ ਹੀ ਅਪਲਾਈ ਕੀਤਾ ਜਾ ਸਕਦਾ, ਅਦਰਵਾਈਜ਼ ਉਹ ਆਨਲਾਈਨ ਨਹੀਂ ਅਪਲਾਈ ਕਰ ਸਕਦੇ। ਦੂਜਾ ਜੇ ਵੈਲਿਡ ਸੀਗਾ ਤਾਂ ਸੇਫ ਬੈਟ ਕੀ ਹੈਗਾ ਜੀ?
ਸੇਫ ਬੈਟ ਬਿਲਕੁਲ ਹੈਗਾ ਆਨਲਾਈਨ ਅਪਲਾਈ ਕਰਨਾ, ਕਿਉਂਕਿ ਉੱਥੇ ਤੁਹਾਡਾ ਕੋਈ ਇੰਟਰਵਿਊ ਨਹੀਂ ਹੋ ਰਿਹਾ ਹੈਗਾ। ਜਦੋਂ ਬਾਰਡਰ ਤੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਪਰਸਨਲ ਇੰਟਰਵਿਊ ਹੁੰਦਾ ਹੈਗਾ, ਉਹ 'ਚ ਜੇ ਤੁਸੀਂ ਸਹੀ ਜਵਾਬ ਨਹੀਂ ਦੇ ਸਕਦੇ ਤਾਂ ਤੁਹਾਨੂੰ ਰਿਫਿਊਜ਼ ਕੀਤਾ ਜਾਂਦਾ ਹੈ। ਜੇ ਰਿਫਿਊਜ਼ ਕੀਤਾ ਜਾਂਦਾ ਤਾਂ ਤੁਹਾਨੂੰ ਰਿਮੂਵਲ ਆਰਡਰ ਰਾਈਟ ਅਵੇ ਇਸ਼ੂ ਕੀਤਾ ਜਾਂਦਾ। ਸੋ ਉਹ ਮੋਰ ਤੁਸੀਂ ਆਪਣੇ ਆਪ ਨੂੰ ਵਨਰੇਬਲ ਪੋਜੀਸ਼ਨ 'ਚ ਪਾਉਂਦੇ ਹੈਗੇ ਆ। ਜੀ ਨੈਕਸਟ ਹੈਗਾ ਜੀ ਐਡਮਿੰਟਨ ਤੋਂ, ਜਿਨ੍ਹਾਂ ਨੇ ਕਿਹਾ ਸੀ ਫੈਮਿਲੀ ਦੇ ਕੋਲ ਵਿਜ਼ਟਰ ਵੀਜ਼ਾ ਉਹਨਾਂ ਨੇ ਅਪਲਾਈ ਕੀਤਾ ਸੀ। ਜੀ ਬਿਲਕੁਲ ਤਰਨ, ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਸੋ ਹੁਣ ਇਹਨਾਂ ਨੇ ਆਪਾਂ ਤੋਂ ਇਹ ਇਨਫੋਰਮੇਸ਼ਨ ਤਾਂ ਜਾਣ ਲਈ ਕਿ ਉਹਨੂੰ ਇਮੀਗ੍ਰੇਸ਼ਨ ਨੂੰ ਅਪਲਾਈ ਕਰਨਾ ਹੈ, ਤੇ ਇਹਨਾਂ ਕਿਹਾ ਸੀ ਸਾਰੇ ਕਾਗਜ਼ ਭੇਜਤੇ ਹੈਗੇ ਆ, ਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਇਹਨਾਂ ਦੇ ਸਾਰੇ ਕਾਗਜ਼ ਦੀ ਕੀ ਡੈਫੀਨੇਸ਼ਨ ਹੈਗੀ ਹੈ, ਕਿਹਨੂੰ ਇਹ ਸਾਰੇ ਕਾਗਜ਼ ਸਮਝਦੇ ਹੈਗੇ ਆ। ਦੂਜਾ ਇਹਨਾਂ ਨੇ ਕੀ ਅਪਲਾਈ ਕੀਤਾ ਆਪਾਂ ਨੂੰ ਉਹ ਵੀ ਨਹੀਂ ਪਤਾ ਹੈਗਾ। ਸੋ ਮੈਂ ਆਲਵੇਜ਼ ਇਹ ਗੱਲ ਕਹਿੰਦਾ ਹੁੰਦਾ ਕਿ ਇਮੀਗ੍ਰੇਸ਼ਨ ਕੋਈ ਸਰਵਿਸ ਨਹੀਂ ਹੈਗਾ, ਇਮੀਗ੍ਰੇਸ਼ਨ ਲਾਅ ਹੈਗਾ, ਤੇ ਇਮੀਗ੍ਰੇਸ਼ਨ ਕਾਨੂੰਨੀ ਮਾਹਰ ਦੀ ਸਲਾਹ ਤੋਂ ਬਿਨਾਂ ਨਹੀਂ ਕੀਤਾ ਜਾਣਾ ਚਾਹੀਦਾ। ਸੋ ਹੁਣ ਆਪਾਂ ਜਾਣਕਾਰੀ ਦਿੱਤੀ, ਉਹ ਸੀਗਾ ਇਨਫੋਰਮੇਸ਼ਨ, ਉਹ ਸਿਰਫ ਜਾਣਕਾਰੀ ਸੀ, ਉਹ ਸਲਾਹ ਨਹੀਂ ਸੀਗੀ। ਸੋ ਇੱਕ ਫਰਕ ਹੈਗਾ ਜਾਣਕਾਰੀ ਤੇ ਸਲਾਹ ਦੇ ਵਿੱਚੋਂ। ਸੋ ਮੇਰੀ ਇਹਨਾਂ ਨੂੰ ਇਹ ਰਿਕੁਐਸਟ ਹੈ ਕਿ ਉਹ ਸਾਡੇ ਆਫਿਸ ਨੂੰ ਕੰਟੈਕਟ ਕਰਨ ਜੀ। ਉਹ ਤੋਂ ਬਾਅਦ ਉਹਨਾਂ ਦੇ ਕਾਗਜ਼ਾਂ ਦਾ ਨਿਰੀਖਣ ਕੀਤਾ ਜਾ ਸਕਦਾ, ਉਹਨਾਂ ਨੇ ਕੀ ਭੇਜਿਆ ਹੈਗਾ, ਉਸ ਤੋਂ ਬਾਅਦ ਉਹਨਾਂ ਨੂੰ ਸਲਾਹ ਜਿਹੜੀ ਦਿੱਤੀ ਜਾ ਸਕਦੀ ਹੈ। ਸੋ ਮੈਂ ਆਲਵੇਜ਼ ਇਹ ਗੱਲ ਕਹਿਣਾ ਹੁੰਦਾ ਜੀ ਕਿ ਜੋ ਆਪਾਂ ਟੀਵੀ ਤੇ ਗੱਲ ਕਰਦੇ ਹਾਂ ਉਹ ਕੇਸ ਸਪੈਸੀਫਿਕ ਇਨਫੋਰਮੇਸ਼ਨ ਨਹੀਂ ਹੁੰਦੀ, ਉਹ ਇੱਕ ਜਨਰਲ ਜਾਣਕਾਰੀ ਹੁੰਦੀ ਹੈ। ਹੁਣ ਜੇ ਆਪਾਂ ਜਨਰਲ ਜਾਣਕਾਰੀ ਅੱਜ ਸਪਾਊਸ ਦੇ ਉੱਤੇ ਕਰ ਰਹੇ ਹਾਂ, ਪਰ ਜੇ ਬੰਦੇ ਨੇ ਉਹ ਜਨਰਲ ਜਾਣਕਾਰੀ ਤੇ ਕੇਸ ਅਪਲਾਈ ਕਰਦਾ ਸ਼ਾਇਦ ਉਹਦਾ ਕਾਮਯਾਬ ਨਹੀਂ ਹੋਊਗਾ। ਆਪਣਾ ਡਿਫਰੈਂਟ ਸਰਕਮਸਟੈਂਸਸ ਹੈਗਾ। ਸਰ ਕਾਫੀ ਕਾਲਸ ਇਸ ਵਕਤ ਆਨ ਹੋ ਰਹੀਆਂ, ਆਪਾਂ ਲੈਣੀਆਂ ਸ਼ੁਰੂ ਕਰੀਏ। ਹੈਲੋ ਸਤਿ ਸ਼੍ਰੀ ਅਕਾਲ, ਮੈਂ ਐਡਰੀ ਤੋਂ ਬੋਲ ਰਿਹਾ ਹਾਂ। ਸਰ ਤੋਂ ਬਾਤ ਪੁੱਛਣੀ ਸੀ ਸੁਪਰ ਵੀਜ਼ਾ ਬਾਰੇ। ਜੀ ਸਰ ਦੱਸੋ ਕੀ ਸਵਾਲ ਹੈ। ਇੱਕ ਤਾਂ ਪੁੱਛਣਾ ਸੀ ਕਿ ਮੈਂ ਆਪਣੀ ਮਦਰ ਦਾ ਅਪਲਾਈ ਕਰਨਾ ਸੀ ਕਿ ਜੇ ਮੈਂ ਇਸ ਸਾਲ ਕਰਦੇ ਹਾਂ ਤਾਂ ਇਸ ਸਾਲ ਸਾਡੀ ਇਨਕਮ ਰਿਕੁਆਇਰਮੈਂਟ ਹੁੰਦੀ ਹੈ। ਜੇ ਐਪਲੀਕੇਸ਼ਨ ਨੈਕਸਟ ਈਅਰ ਚ ਰਹਿੰਦੀ ਜੂਨ ਜਾਂ ਮਈ 2021 ਜਾਂ ਜੂਨ ਤੱਕ ਵੀਜ਼ਾ ਅਫਸਰ ਵੱਲੋਂ ਨਹੀਂ ਕੀਤਾ ਜਾਂਦਾ, ਕਿਉਂਕਿ ਇੰਡੀਆ 'ਚ VAC ਬੰਦ ਹੈ, ਤੇ ਉਹ ਅਗਲੇ 2020 ਚ ਨੋਟਿਸ ਅਸੈਸਮੈਂਟ ਮੰਗ ਸਕਦੇ ਆ। ਇੱਕ ਮੈਂ ਹੋਰ ਪੁੱਛਣੀ ਸੀ ਕਿ ਇਹਦੇ ਵਿੱਚ ਮੇਰੇ ਫੰਡਸ ਕਿੰਨੇ ਚਾਹੀਦੇ ਆ ਤੇ ਮੇਰੇ ਮਦਰ ਨੂੰ ਕਿੰਨੇ ਸ਼ੋ ਕਰਨੇ ਪੈਣੇ ਆ, ਤੇ ਮੇਰੀ ਕੋਈ ਜੌਬ ਲੈਟਰ ਵਿੱਚ ਨੈਸੈਸਰੀ ਹੈ, NOE ਦੀ ਰਿਕੁਆਇਰਮੈਂਟ ਪੂਰੀ ਹੁੰਦੀ ਹੈ, ਤੇ ਇੱਕ ਮੇਰੀ ਮਦਰ ਨੂੰ ਪਰਪਸ ਆਫ ਟਰੈਵਲ ਕੁਝ ਲਿਖਣਾ ਪੈਣਾ, ਇਹ ਪੁੱਛਣਾ ਸਰ ਤੋਂ। ਜੀ ਕਾਫੀ ਡਿਟੇਲਸ ਮੰਗੀਆਂ ਨੇ ਤੇ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ, ਕੋਈ ਪੁੱਛਣਾ? ਜੀ ਬਿਲਕੁਲ ਦੇ ਸਕਦੇ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਦੀ ਬਹੁਤ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਮੈਂ ਸੌਰੀ ਬੇਟਾ, ਮੈਂ ਅੱਗੇ ਵੀ ਤੁਹਾਨੂੰ ਕਾਲ ਕਰੀ ਵੀ ਐਡਮਿੰਟਨ ਤੋਂ। ਸਾਡੇ ਬੇਟੇ ਨੂੰ 1.5 ਸਾਲ ਦਾ ਹੋ ਗਿਆ, ਉਹਨੂੰ ਵਰਕ ਪਰਮਿਟ ਮਿਲਿਆ ਹੈ ਤੇ ਹਾਂਜੀ ਹੁਣੇ ਆਪਾਂ ਜਵਾਬ ਤੁਹਾਡਾ ਹੁਣੀ ਅਸੀਂ ਜਵਾਬ ਦੇ ਕੇ ਹਟੇ ਹਾਂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣਿਆ ਹੋਣਾ। ਜੇ ਤੁਸੀਂ ਮਿਸ ਕਰ ਦਿੱਤਾ ਤਾਂ ਤੁਸੀਂ ਫੇਸਬੁੱਕ ਤੇ ਸਾਡਾ ਸਵਾਲ ਤੁਹਾਡਾ ਅਸੀਂ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਨੈਕਸਟ ਕਾਲ ਤੇ ਸਾਨੂੰ ਫਾਰਵਰਡ ਕੀਤੀਆਂ ਜਾਣ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਕੈਨੇਡਾ ਸਰੀ ਤੋਂ ਬੋਲਦੀ ਹਾਂ ਜੀ। ਜੀ ਦੱਸੋ ਜੀ ਕੀ ਸਵਾਲ ਹੈ। ਇਹ ਮੈਂ ਪੁੱਛਣਾ ਸੀਗਾ ਵੀ ਜਿਵੇਂ ਲੋਕਡਾਊਨ ਦੇ ਵਿੱਚ ਜਿਨ੍ਹਾਂ ਨੇ ਉੱਥੇ ਵੀਜ਼ਾ ਅਪਲਾਈ ਕੀਤਾ ਕਿ ਉਹ ਹੁਣ ਇੰਡੀਆ ਵਾਸਤੇ ਟਰੈਵਲ ਕਰ ਸਕਦੇ ਉਸੇ ਵੀਜ਼ੇ ਤੇ? ਜੀ ਤਾਂ ਤੁਸੀਂ ਵੀਜ਼ਾ ਇੰਡੀਆ ਵਾਸਤੇ ਅਪਲਾਈ ਕੀਤਾ ਜਾਂ ਕੈਨੇਡਾ ਆਉਣ ਲਈ ਜੀ? ਨਹੀਂ ਇੰਡੀਆ ਜਾਣ ਵਾਸਤੇ। ਹਾਂਜੀ, ਸੋ ਇਹ ਤੁਹਾਨੂੰ ਇੰਡੀਅਨ ਗਵਰਨਮੈਂਟ ਤੋਂ ਸਲਾਹ ਲੈਣਾ ਪੈਣਾ ਜੀ। ਜੀ ਤੁਸੀਂ ਇਹ ਕੌਂਸੂਲੇਟ ਤੋਂ ਪੁੱਛ ਸਕਦੇ ਹੋ ਇਸ ਦੇ ਬਾਰੇ ਵਿੱਚ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੈਂ ਪੁੱਛਣਾ ਸੀਗਾ ਕਿ ਮੈਂ ਆਪਣੀ ਸਿਸਟਰ ਇਨ ਲਾਅ ਦਾ ਨੈਨੀ ਦੇ ਕੇਸ ਤੇ ਲਾਇਆ ਸੀਗਾ, ਤੇ ਉਹਨਾਂ ਦੇ ਲਾਈਕ ਹਜੇ ਤੱਕ ਤਾਂ ਕੁਝ ਆਇਆ ਨਹੀਂ ਹੈ, ਤੇ ਮੇਰੀ ਡਾਟਰ ਦੀ ਲਾਈਕ ਬਰਥਡੇ ਆ ਰਿਹਾ ਆ ਦਸੰਬਰ ਚ, ਤੇ ਅਸੀਂ ਹੁਣ ਵਿਜ਼ਟਰ ਵੀਜ਼ੇ ਦੀ ਫਾਈਲ ਲਾਉਣੀ ਸੋਚ ਰਹੇ ਹਾਂ, ਤੇ ਕਿੰਨੇ ਕੁ ਚਾਂਸਸ ਹੋਣਗੇ ਵੀਜ਼ਾ ਮਿਲਣ ਦੇ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇੱਕ ਹੋਰ ਕਾਲ ਸਰ ਨਾਲ ਦੀ ਨਾਲ ਲੈ ਲਈਏ ਤੇ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰਦੇ ਹਾਂ ਅਸੀਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਮ, ਮੈਂ ਹਰਦੀਪ ਸਿੰਘ ਬੋਲ ਰਿਹਾ ਜੀ। ਸਰ ਦੱਸੋ ਕੀ ਸਵਾਲ ਹੈ। ਹਾਂਜੀ ਮੈਂ ਖੈਰ ਸਾਹਿਬ ਪੁੱਛਣਾ ਸੀ ਕਿ ਮੇਰੀ ਵਾਈਫ ਨੇ ਅਕਤੂਬਰ ਦੇ ਵਿੱਚ ਨੈਨੀ ਕੇਅਰ ਗਿਵਰ ਦਾ ਪ੍ਰੋਗਰਾਮ ਆਇਆ ਸੀ, ਜੂਨ ਦੇ ਵਿੱਚ ਹੀ ਉਹ 'ਚ ਐਪਲੀਕੇਸ਼ਨ ਲਾਈ ਸੀਗੀ, ਤੇ ਸਾਡਾ ਫੈਬਰਰੀ ਦੇ ਵਿੱਚ ਐਪਲੀਕੇਸ਼ਨ ਉਹ ਨੰਬਰ ਆ ਗਿਆ ਸੀ, ਫਾਈਲ ਨੰਬਰ, ਤੇ ਉਸ ਤੋਂ ਬਾਅਦ ਕੋਈ ਆਨਸਰ ਨਹੀਂ ਆਇਆ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਰੇਂਬਾ ਇਹਨਾਂ ਦੇ ਜੇ ਆਨਸਰ ਸ਼ੁਰੂ ਕਰੀਏ ਇਟਲੀ ਤੋਂ, ਜਿਨ੍ਹਾਂ ਨੇ ਆਪਣੀ ਮਦਰ ਦੇ ਬਾਰੇ ਵਿੱਚ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਮੰਗੀ ਸੀ। ਆਪਾਂ ਪਹਿਲਾਂ ਉਹਨਾਂ ਦਾ ਦਈਏ। ਹਾਂਜੀ, ਸੋ ਟੈਕਨੀਕਲੀ ਉਹਨਾਂ ਨੇ ਜਿਸ ਤਰ੍ਹਾਂ ਜਾਣਕਾਰੀ ਮੰਗੀ ਹੈ ਉਹ ਐਕਚੁਅਲੀ ਲੀਗਲ ਐਡਵਾਈਸ ਮੰਗੂ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹ ਦੱਸਣਾ ਚਾਹੁੰਦਾ
ਕਿ ਉਹਨਾਂ ਨੇ ਪੁੱਛਿਆ ਵੀ ਪਰਪਸ ਲਿਖਣਾ ਪੈਣਾ। ਹਾਂਜੀ ਆਫ ਕੋਰਸ ਜੇ ਉੱਥੇ ਜਗ੍ਹਾ ਹੈਗੀ ਆ ਤੁਹਾਨੂੰ ਬਿਲਕੁਲ ਡਿਫਾਈਨ ਕਰਨਾ ਪੈਣਾ। ਦੂਜਾ ਜਿਹੜਾ ਉਹਨਾਂ ਦਾ ਟੈਕਨੀਕਲ ਸਵਾਲ ਸੀਗਾ, ਉਹ ਟੈਕਨੀਕਲ ਸਵਾਲ ਇਹ ਸੀਗਾ ਕਿ ਉਹ ਹੁਣ ਐਪਲੀਕੇਸ਼ਨ ਫਾਈਲ ਕਰਦੇ ਆ 2020 ਦੇ ਵਿੱਚੋਂ 19 ਦੀ ਉਹਨਾਂ ਦੀ ਇਨਕਮ ਹੁੰਦੀ ਹੈ ਪੂਰੀ ਜੀ, ਪਰ ਜੇ ਉਹ ਅਰਜ਼ੀ ਤੇ ਫੈਸਲਾ ਨਹੀਂ ਹੁੰਦਾ ਤੇ ਉਹ 2021 ਆ ਜਾਂਦਾ ਹੈ ਤੇ ਕੀ ਉਹਨਾਂ ਤੋਂ 2020 ਦੀ ਇਨਕਮ ਮੰਨੀ ਜਾਊਗੀ? ਬਿਲਕੁਲ ਮੰਗੀ ਜਾਊਗੀ ਜੀ। ਉਹਦਾ ਰੀਜ਼ਨ ਹੈਗਾ ਕਿ ਜਿਸ ਦਿਨ ਆਫਿਸਰ ਨੇ ਡਿਸੀਜਨ ਕਰਨਾ ਹੈ ਉਸ ਤੋਂ ਪਿਛਲੇ ਸਾਲ ਦੀ ਇਨਕਮ ਉਹਨੇ ਦੇਖਣੀ ਹੈਗੀ ਹੈ। ਸੋ ਹਾਂਜੀ, ਜੇ ਉਹ ਤੋਂ ਮੰਗ ਸਕਦਾ ਹੈ, ਜੇ 12 ਮਹੀਨੇ ਦਾ ਸਮਾਂ ਗੁਜ਼ਰ ਜਾਂਦਾ ਹੈ ਬਿਲਕੁਲ ਮੰਗ ਸਕਦਾ ਹੈ। ਪਰ ਜੇ 12 ਮਹੀਨੇ ਦੇ ਵਿੱਚ ਹੈ ਸੋ ਮੰਨ ਲਿਆ ਜਾਵੇ ਕਿ ਹੁਣ ਨਵੰਬਰ ਦੇ ਵਿੱਚ ਤੁਸੀਂ ਅਰਜ਼ੀ ਦਾਖਲ ਕਰਦੇ ਹੋ, ਇਹਦਾ ਫੈਸਲਾ ਨਵੰਬਰ 2021 ਤੱਕ ਨਹੀਂ ਹੁੰਦਾ, ਹਾਂਜੀ ਬਿਲਕੁਲ ਮੰਗ ਸਕਦੇ ਆ, ਪਰ ਉਹ 12 ਮਹੀਨੇ ਦੇ ਸਮੇਂ ਤੋਂ ਬਾਹਰ 'ਚ ਹੁੰਦਾ ਹੈ ਜਾਂ ਆਫਿਸਰ ਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਤੁਸੀਂ ਕ੍ਰਾਈਟੇਰੀਆ ਨਹੀਂ ਮੀਟ ਕਰਦੇ। ਸੋ ਇਹ ਦੋ ਕ੍ਰਾਈਟੇਰੀਆ ਜਿਹਦੇ ਤੇ ਉੱਤੋਂ ਤੋਂ ਦੁਬਾਰਾ ਇਨਕਮ ਮੰਗ ਸਕਦਾ ਹੈ। ਦੂਜੀ ਉਹਨਾਂ ਨੇ ਗੱਲ ਕਰੀ ਮੇਰੇ ਬੈਂਕ ਅਕਾਊਂਟ 'ਚ ਕਿੰਨੇ ਪੈਸੇ ਚਾਹੀਦੇ ਨੇ, ਉਹਦੀ ਕੋਈ ਵੈਲਿਊ ਨਹੀਂ ਹੈਗੀ ਹੈ। ਮਦਰ ਦੇ ਬੈਂਕ ਅਕਾਊਂਟ 'ਚ ਕਿੰਨੇ ਪੈਸੇ ਚਾਹੀਦੇ ਨੇ, ਉਹਦੀ ਵੀ ਕੋਈ ਵੈਲਿਊ ਨਹੀਂ ਹੈਗੀ ਹੈ। ਪਰ ਅਗੇਨ ਫਿਰ ਮੈਂ ਇਹ ਰਿਕੁਐਸਟ ਕਰੂੰਗਾ, ਇਹ ਹੈਗੀ ਹੈ ਜਨਰਲ ਜਾਣਕਾਰੀ, ਇਹ ਤੁਹਾਡੇ ਕੇਸ ਸਪੈਸੀਫਿਕ ਜਾਣਕਾਰੀ ਨਹੀਂ ਹੈਗੀ ਹੈ। ਜੇ ਤੁਸੀਂ ਆਪਣੇ ਕੇਸ ਸਪੈਸੀਫਿਕ ਜਾਣਕਾਰੀ ਜਾਂ ਸਲਾਹ ਲੈਣਾ ਚਾਹੁੰਦੇ ਹੋ ਤਾਂ ਸਾਡੇ ਆਫਿਸ ਨੂੰ ਜ਼ਰੂਰ ਕਾਲ ਕਰੋ ਜੀ। ਕਿਤੇ ਉਹ ਪਹਿਲਾਂ ਵਾਲੇ ਕਾਲਰ ਵਰਗੀ ਗੱਲ ਨਾ ਹੋਵੇ ਕਿ ਹਾਲਤ ਹਾਂਜੀ ਉਹ ਤੁਹਾਡੇ ਲਈ ਮੁਸ਼ਕਲ ਖੜੀ ਕਰ ਸਕਦੀ ਹੈ। ਬਿਲਕੁਲ ਜੀ। ਨੈਕਸਟ ਜਿਨ੍ਹਾਂ ਨੇ ਕਿਹਾ ਸੀ ਉਹਨਾਂ ਦੀ ਸਿਸਟਰ ਇਨ ਲਾ ਦਾ ਨੈਨੀ ਬੇਸ ਤੇ ਲਗਾਇਆ ਸੀ ਪਰ ਕੁਝ ਆਇਆ ਨਹੀਂ ਹੈ, ਸੋ ਉਹਨਾਂ ਦੀ ਡਾਟਰ ਦਾ ਬਰਥਡੇ ਆ ਰਿਹਾ, ਕੀ ਲਗਾ ਸਕਦੇ? ਜੀ ਸੋ ਸਿਸਟਰ ਇਨ ਲਾ ਜੇ ਤਾਂ ਆਬਵੀਅਸਲੀ ਇਹ ਹੋਏਗਾ ਕਿ ਉਹਨਾਂ ਦੇ ਹਸਬੈਂਡ ਦੀ ਵਾਈਫ ਹੋਊਗੀ, ਹਾਂਜੀ। ਜੇ ਉਹ ਸਿਬਲਿੰਗ ਹੈਗੀ ਉਹ ਆ ਸਕਦਾ ਹੈ, ਪਰ ਬਰਥਡੇ ਮਨਾਉਣਾ ਹੈ ਜਿਹੜਾ ਉਹ ਨਾਨ ਡਿਸਕ੍ਰਿਸ਼ਨਰੀ ਪਰਪਸ ਹੈਗਾ ਤਾਂ ਉਹਨੂੰ ਆਉਣਾ ਅਲਾਓ ਨਹੀਂ ਕੀਤਾ। ਚਾਹੇ ਉਹਨੂੰ ਵਿਜ਼ਟਰ ਵੀਜ਼ਾ ਮਿਲ ਵੀ ਜਾਂਦਾ ਹੈ ਤਾਂ ਵੀ ਟਰੈਵਲ ਰਿਸਟ੍ਰਿਕਸ਼ਨ 30 ਨਵੰਬਰ ਤੱਕ ਹੈ, ਉਹ ਨਹੀਂ ਆ ਸਕਣਗੇ। ਹਾਂ, ਜੇ ਉਹ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਉਹ ਜ਼ਰੂਰ ਕਰ ਸਕਦੇ ਆ, ਪਰ ਉਹਦੇ ਲਈ ਉਹਨੂੰ ਸੈਕਸ਼ਨ 179 ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਣੀਆਂ। ਦੂਜਾ, ਜੇ ਕੋਈ ਨਾਨ ਡਿਸਕ੍ਰਿਸ਼ਨਰੀ ਪਰਪਸ ਹੈਗਾ ਉਹਦੇ ਲਈ ਉਹ ਨਹੀਂ ਆ ਸਕਣਗੇ ਜੀ। ਨੈਕਸਟ ਜੀ ਹਰਦੀਪ ਸਿੰਘ ਨੇ ਸਾਨੂੰ ਕਾਲ ਕੀਤੀ ਸੀ, ਉਹਨਾਂ ਦੀ ਵਾਈਫ ਦਾ ਅਕਤੂਬਰ ਦੇ ਵਿੱਚ ਨੈਨੀ ਦੇ ਬੇਸ ਦੇ ਉੱਤੇ ਲਗਾਇਆ ਸੀ, ਫੈਬ ਦੇ ਵਿੱਚ ਉਹਨਾਂ ਦੀ ਇਹ ਫਾਈਲ ਨੰਬਰ ਆ ਗਿਆ ਤੇ ਉਸ ਤੋਂ ਬਾਅਦ ਅਜੇ ਕੁਝ ਵੀ ਰਿਪਲਾਈ ਨਹੀਂ ਆਇਆ। ਹਾਂਜੀ, ਸੋ ਇਹਨਾਂ ਨੇ ਆਪਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਵਿਦਨ ਕੈਨੇਡਾ ਐਪਲੀਕੇਸ਼ਨ ਸੀ ਜਾਂ ਉਹ ਆਊਟਸਾਈਡ ਆਫ ਕੈਨੇਡਾ ਐਪਲੀਕੇਸ਼ਨ ਸੀਗੀ, ਕਿਉਂਕਿ ਮਾਰਚ ਦੇ ਵਿੱਚ ਉਹ ਜਿਹੜਾ ਕੋਵਿਡ-19 ਕਰਕੇ ਟਰੈਵਲ ਰਿਸਟ੍ਰਿਕਸ਼ਨਸ ਲਾਗੂ ਹੋ ਗਈਆਂ ਸੀਗੀਆਂ, ਉਸ ਕਰਕੇ ਜਿਹੜਾ ਸਟਾਫ ਹੈਗਾ ਉਹ ਵੀ ਘੱਟ ਕੰਮ ਕਰ ਰਿਹਾ। ਹਾਂਜੀ, ਕਾਫੀ ਸਿਗਨੀਫੀਕੈਂਟ ਡਿਲੇਜ਼ ਉਹਨਾਂ ਰੀਜ਼ਨਸ ਕਰਕੇ ਆ ਰਹੀਆਂ ਨੇ, ਪਰ ਜੋ ਸਪੈਸੀਫਿਕ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਦੇ ਕੇਸ ਦੇ ਉੱਤੇ ਕੀ ਇਸ਼ੂਜ਼ ਆ ਰਹੀਆਂ ਨੇ ਤਾਂ ਉਹ ATIP ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਹੈਗਾ ਉਹਦੀ ਜਿਹੜੀ ਵਰਤੋਂ ਕਰ ਸਕਦੇ ਆ ਤਾਂ ਪੂਰੀ ਫਾਈਲ ਦੀ ਕਾਪੀ ਆਜੂ, ਉਸ ਤੋਂ ਬਾਅਦ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਉਹਨਾਂ ਦੇ ਕੇਸ ਦੇ ਉੱਤੇ ਕੀ ਹੋ ਰਿਹਾ ਜੀ। ਜੀ ਬਿਲਕੁਲ। ਨੈਕਸਟ ਕਾਲਰ ਸਾਡੇ ਨਾਲ ਜੁੜ ਕੇ ਨੇ, ਮੈਂ ਚਾਹਾਂਗੀ ਕਿ ਆਪਾਂ ਇਹਨਾਂ ਦੀਆਂ ਕਾਲਸ ਵੀ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਵਿਨੋਦ ਬੋਲ ਰਹੀ ਸੀਗੀ ਮਾਰਕਮ ਤੋਂ। ਜੀ ਮੈਮ। ਔਰ ਮੈंने ਅਪ੍ਰੈਲ ਦੇ ਵਿੱਚ ਅਪਲਾਈ ਕੀਤਾ ਸੀ ਸੁਪਰ ਵੀਜ਼ਾ ਵਾਸਤੇ। ਮੈਂ ਪਹਿਲੇ ਸੁਪਰ ਵੀਜ਼ਾ ਤੇ ਹੀ ਆਈ ਹੋਈ ਸੀ, ਜੂਨ 'ਚ ਮੇਰਾ ਸੁਪਰ ਵੀਜ਼ਾ ਖਤਮ ਹੋ ਰਿਹਾ ਸੀ ਤੇ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਵੈਲਿਡ ਹੈ, ਕਿਸ ਤਰ੍ਹਾਂ ਕਰੋ ਤੱਕ ਆਏਗੀ। ਤੁਸੀਂ ਵਿਦਨ ਕੈਨੇਡਾ ਹੈਗੇ ਹੋ, ਤੁਸੀਂ ਆਪਦੀ ਐਕਸਟੈਂਸ਼ਨ ਲਈ ਅਰਜ਼ੀ ਦਾਖਲ ਕੀਤੀ ਹੈ ਜੀ? ਐਕਸਟੈਂਸ਼ਨ ਲਈ, ਇੱਥੇ ਹੋਰ ਸਮਾਂ ਰਹਿਣ ਲਈ? ਹਾਂਜੀ ਹਾਂਜੀ। ਤਾਂ ਤੁਸੀਂ ਕਦੋਂ ਅਪਲਾਈ ਕੀਤਾ ਸੀ? ਮੈਂ ਅਪ੍ਰੈਲ 'ਚ ਕੀਤਾ ਸੀ ਜੀ, ਅਪ੍ਰੈਲ 2020। ਹਾਂਜੀ, ਸੋ ਸੂਨ ਤੁਹਾਡਾ ਜਿਹੜਾ ਫੈਸਲਾ ਆ ਜਾਣਾ ਚਾਹੀਦਾ, ਕਿਉਂਕਿ ਇਸ ਵੇਲੇ ਮਾਰਚ ਅਪ੍ਰੈਲ ਵਾਲੇ ਕੇਸਿਸ ਨੇ ਜਿਹੜੇ ਉੱਤੇ ਫੈਸਲਾ ਹੋ ਰਿਹਾ। ਜੇ ਅਗਲੇ 15 ਦਿਨਾਂ 'ਚ ਤੁਹਾਡਾ ਫੈਸਲਾ ਨਹੀਂ ਆਉਂਦਾ ਤਾਂ ਸਾਡੇ ਆਫਿਸ ਨੂੰ ਜ਼ਰੂਰ ਕੰਟੈਕਟ ਕਰੀਏ ਜੀ, ਤਾਂ ਕਿ ਫਿਰ ਉਹ ਤੋਂ ਬਾਅਦ ਦੇਖਿਆ ਜਾ ਸਕਦਾ ਹੈਗਾ ਕਿ ਤੁਹਾਡੇ ਮਾਮਲੇ ਤੇ ਕੀ ਹੋ ਰਿਹਾ ਹੈਗਾ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਈ जी सत श्रीकाल जी, मेरा नाम विशान है, मैं पाकिस्तान तो बोल रहे हैं, ये रेगुलर कॉलर टू जी। सबसे पहले मैं खैरा साहब को कहना चाहना, खैरा साहब यू आर ग्रेट, आई एम बिग फैन ऑफ योर्स, थैंक यू। सेकंड नंबर पे खैरा साहब मेरा एक क्वेश्चन है कि फ्रॉम लास्ट कपल ऑफ इयर्स ए देखा जाए कि ऑफिस एडमिनिस्ट्रेटर का जो नॉक कोड है 1221 इट हैजंट बीन पिक्ड अप फॉर PNP, ਉਹਦੇ ਵਾਸਤੇ ਫਿਰ ਕੀ ਆਪਸ਼ਨ ਬਕਾਇਆ ਬਚ ਜਾਂਦਾ ਆਫਿਸ ਐਡਮਿਨਿਸਟ੍ਰੇਟਰ ਵਾਸਤੇ? ਹਾਂਜੀ। ਸੈਕੰਡ ਨੰਬਰ ਤੇ ਆਟਿਜ਼ਮ ਅਗਰ ਕਿਸੇ ਬੱਚੇ ਨੂੰ ਹੋਵੇ ਤੇ ਆਟਿਜ਼ਮ ਬੱਚਾ ਆਲਰੇਡੀ ਕੈਨੇਡਾ ਦੇ ਅੰਦਰ ਮੌਜੂਦ ਹੋਵੇ ਤੇ ਆਟਿਜ਼ਮ ਵਾਲੇ ਬੱਚੇ ਨੂੰ ਮੈਡੀਕਲ ਇਨਐਡਮਿਸਿਬਿਲਿਟੀ ਫੇਸ ਕਰਨੀ ਪੈਂਦੀ ਹੈ ਜਾਂ ਫਿਰ ਉਹਦਾ ਕੋਈ ਹੋਰ ਆਪਸ਼ਨ ਅਵੇਲੇਬਲ ਹੈ? ਤੇ ਬੱਚੇ ਦਾ ਸਟੇਟਸ ਕੀ ਹੈ ਜੀ ਕੈਨੇਡਾ ਚੋਂ? ਸਟੂਡੈਂਟ ਸਟੇਟਸ ਹੈ, ਲੇਕਿਨ ਬੱਚੇ ਦੀ ਮਦਰ ਕੋਲ ਵਰਕ ਪਰਮਿਟ ਹੈ। ਜਿਹੜਾ ਬੱਚੇ ਨੂੰ ਸਟੱਡੀ ਪਰਮਿਟ ਮਿਲਿਆ ਹੈਗਾ ਉਹ ਮਾਂ ਦੇ ਵਰਕ ਪਰਮਿਟ ਕਰਕੇ ਮਿਲਿਆ ਜੀ? ਜੀ ਹਾਂਜੀ ਹਾਂਜੀ ਹਾਂਜੀ।
ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਜੀ, ਬਿਲਕੁਲ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਸਰ ਆਪਾਂ ਪਹਿਲਾਂ ਵਿਨੋਦ ਜੀ ਦਾ ਜਵਾਬ ਦੇ ਦਈਏ। ਦਿਨੇ ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ, ਪਹਿਲਾਂ ਕਾਲਸ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ, ਕਿੱਥੋਂ ਬੋਲ ਰਹੇ ਹੋ? ਜੀ ਬੇਟੇ ਦੇ ਸਾਡਾ ਮੌਤ ਹੋ ਗਈ ਸੀਗੀ, ਉਹਦੀ ਡੈਥ ਹੋ ਗਈ ਸੀਗੀ ਤੇ ਉਹਦੇ ਘਰ ਵਾਲੀ ਦੇ ਟਰੱਕ ਡਰਾਈਵਰ ਸੀਗਾ ਤੇ ਪੇਪਰ ਭਰੇ ਸੀ ਅਸੀਂ ਹੂੰ ਤੇ ਉਹਨੂੰ ਵੀਜ਼ੇ ਨੂੰ ਤਾਂ ਹਾਂ ਹੋ ਗਈ ਸੀ, 15 ਦਿਨ ਹੋ ਗਏ ਆ। ਉਹਦਾ ਨਾ ਵੀਜ਼ਾ ਆਇਆ ਹਜੇ, ਨਾ ਪਾਸਪੋਰਟ ਆਇਆ ਜੀ ਨਾ ਮੰਗਿਆ ਨਹੀਂ ਹਜੇ ਪਾਸਪੋਰਟ ਉਹਨਾਂ ਨੇ, ਵੀਜ਼ੇ ਨੂੰ ਹਾਂ ਹੋ ਗਈ ਸੀਗੀ। ਜੀ ਇਹ sir। ਕਿੱਥੇ ਹੈ ਜੀ ਜਿਹਦੇ ਲਈ ਵੀਜ਼ਾ ਅਪਲਾਈ ਕੀਤਾ? ਉਹ ਜੀ ਇੰਡੀਆ, ਆਪਣਾ ਮੁੰਡਾ ਇੱਥੇ ਸੀਗਾ, ਵਰਕ ਪਰਮਿਟ ਤੇ ਸੀ। ਜੀ ਜੀ ਤੇ ਕਿਵੇਂ ਜਾਣਕਾਰੀ ਮਿਲੀ ਹੈ ਕਿ ਉਹਨੂੰ ਹਾਂ ਹੋ ਗਈ ਹੈ? ਉਹਨੂੰ ਵੀਜ਼ੇ ਨੂੰ ਹਾਂ ਹੋ ਗਈ ਆ। ਹਾਂਜੀ, ਇਹ ਜਾਣ ਕਿਹਾ ਵੀ ਤੇਰਾ ਤੇ ਵੀ ਪਾਸਪੋਰਟ ਨਹੀਂ ਫੜਿਆ ਉਹਦਾ, ਇੰਨਾ ਹੀ ਪੁੱਛਣਾ ਸੀਗਾ। ਹਾਂਜੀ, ਉਹ ਇਹ ਜਾਣਕਾਰੀ ਕਿਵੇਂ ਮਿਲੀ ਹੈ ਕਿ ਉਹਨੂੰ ਹਾਂ ਹੋ ਗਈ ਹੈ? ਉਹਨੂੰ ਵਕੀਲ ਨੇ ਦੱਸਿਆ ਜਿਹਨੇ ਪੇਪਰ ਭਰੇ ਸੀਗੇ ਆਨਲਾਈਨ। ਹਾਂਜੀ, ਪਰ ਉਹਦਾ ਕੋਈ ਚਿੱਠੀ ਆਈ ਹੈਗੀ ਹੈ, ਉਹਨੂੰ ਕਿਵੇਂ ਪਤਾ ਲੱਗਿਆ ਗੱਲ ਜੀ ਦਾ? ਕੋਈ ਈਮੇਲ, ਕੋਈ ਚਿੱਠੀ? ਉਹਨੂੰ ਈਮੇਲ ਕੀਤੀ ਆ ਉਹਨੇ, ਤੇਰਾ ਵੀਜ਼ਾ ਨਹੀਂ ਜੀ, ਉਹ ਤੁਹਾਡੇ ਲਾਇਰ ਨੂੰ ਕਿਵੇਂ ਪਤਾ ਲੱਗਿਆ, ਵਕੀਲ ਨੂੰ, ਕਿ ਕੈਨੇਡੀਅਨ ਐਮਬੈਸੀ ਵੱਲੋਂ ਕੋਈ ਤੁਹਾਨੂੰ ਈਮੇਲ ਗਈ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ, ਉਸ ਲਾਇਰ ਨੂੰ, ਵਕੀਲ ਨੂੰ, ਉਹਨਾਂ ਤੱਕ ਕਿਵੇਂ ਗੱਲ ਪਹੁੰਚੀ ਹੈ ਇਹ, ਜਾਂ ਉਹਨਾਂ ਕੋਲ ਕੋਈ? ਨਹੀਂ ਦੱਸਿਆ। ਹਾਂਜੀ, ਮੈਂ ਤੁਹਾਨੂੰ ਸਲਾਹ ਦਊਂਗਾ ਜੀ, ਤੁਸੀਂ ਸਾਡੇ ਆਫਿਸ ਨੂੰ ਕਾਲ ਕਰੋ, ਬਿਕੋਜ਼ ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਪਰਸਨਲ ਜਾਣਕਾਰੀ ਉਹ ਪਬਲਿਕ ਹੋਵੇ, ਤਾਂ ਫਿਰ ਉਹ ਤੋਂ ਬਾਅਦ ਅੱਗੇ ਸਲਾਹ ਕਰ ਸਕਦੇ ਹੈਗੇ ਆ ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਸਰ ਇਸ ਤੋਂ ਪਹਿਲਾਂ ਆਨਸਰ ਦੀ ਕਾਲਸ ਕਾਫੀ ਆਈਆਂ ਹੋਈਆਂ, ਉਹ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬੋਲ ਰਿਹਾ ਬ੍ਰਿਟਿਸ਼ ਕੋਲੰਬੀਆ ਤੋਂ। ਜੀ ਸਰ, ਕੀ ਸਵਾਲ ਹੈ? ਹਾਂ, ਸੋ ਮੇਰਾ ਕੁਐਸਚਨ ਸੀਗਾ ਕਿ ਮੈਂ ਐਜ਼ ਅ ਸਟੂਡੈਂਟ ਆਇਆ ਸੀ ਕੈਨੇਡਾ ਤੋਂ, 3 ਸਾਲ ਹੋ ਗਏ ਤੇ ਮੇਰੇ ਫਾਦਰ ਦਾ ਵੀਜ਼ਾ ਲੱਗਾ, ਵਿਜ਼ਟਰ ਵੀਜ਼ਾ, ਤਾਂ ਉਹ ਮੈਨੂੰ ਆ ਸਕਦੇ ਆ ਦੇਖਣ ਲਈ ਵਿਜ਼ਿਟ ਕਰਨ ਕਿ ਨਹੀਂ ਆ ਸਕਦੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਆਪਾਂ ਪਹਿਲਾਂ ਇੱਕ ਲਾਸਟ ਕਾਲ ਲੈ ਰਹੇ ਹਾਂ, ਪਰ ਇਸ ਤੋਂ ਬਾਅਦ ਫਿਰ ਆਪਾਂ ਆਨਸਰ ਦਿੰਦੇ ਹਾਂ। ਹੈਲੋ ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਦਵਿੰਦਰ ਸਿੰਘ ਮਿਸ਼ੀਗਨ ਤੋਂ ਬੋਲ ਰਿਹਾ ਜੀ। ਖਹਿਰਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ। ਦੱਸੋ ਸਰ, ਕੀ ਸਵਾਲ ਹੈ? ਜੀ ਮੇਰੇ 2 ਸਵਾਲ ਨੇ ਜੀ। ਇੱਕ ਤਾਂ ਹੈ ਮੇਰੇ ਫਾਦਰ ਇਨ ਲਾ ਕੋਲੇ PR ਕਾਰਡ ਆ ਕੈਨੇਡਾ ਦਾ, ਤੇ ਉਹ ਇੰਡੀਆ ਗਏ ਮੈਨੂੰ 1.5-2 ਸਾਲ ਤੋਂ। ਉਹਦੇ 'ਚ ਕੋਈ ਟਾਈਮ ਲਿਮਿਟ ਵੀ ਹੁੰਦੀ ਆ ਵੀ 5 ਸਾਲ ਜਾਂ 6 ਸਾਲ 'ਚ ਤੁਸੀਂ ਕਿੰਨੀ ਦੇਰ ਇੱਥੇ ਰਹਿਣਾ ਕੈਨੇਡਾ ਦੇ ਵਿੱਚ? ਜੀ। ਤੇ ਦੂਜਾ ਕੁਐਸਚਨ ਇਹ ਆ ਕਿ ਮੇਰਾ ਬ੍ਰਦਰ ਇਨ ਲਾ ਇੰਡੀਆ 'ਚ ਆ ਤੇ ਉਹਦੇ 2 ਬੱਚੇ ਆ, ਬੇਟੇ ਉਹਦੀ 19 ਸਾਲ ਦੀ ਆ, ਬੇਟਾ ਹੈਗਾ 14-15 ਸਾਲ ਦਾ, ਤੇ ਉਹਨਾਂ ਦੀ ਕਰਿਆਨੇ ਦੀ ਦੁਕਾਨ ਖੋਲੀ ਹੋਈ ਆ, 10-12 ਪੜਿਆ ਹੋਇਆ। ਕਿਸੇ ਢੰਗ 'ਚ ਉਹਦਾ ਬਣ ਸਕਦਾ ਜੀ ਫੈਮਿਲੀ ਦਾ, ਜਾਂ ਕੋਈ ਸਵਾਲ ਨਹੀਂ ਮੇਰੇ? ਆਪਾਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਹੁਣ ਅਸੀਂ ਸਵਾਲਾਂ ਦੇ ਜਵਾਬ ਦਿੰਦੇ ਹਾਂ। ਵਿਨੋਦ ਜੀ ਦਾ ਪਹਿਲਾਂ ਆਇਆ ਸੀ, ਉਹਨਾਂ ਨੇ ਕਿਹਾ ਸੀ ਕਿ ਅਪ੍ਰੈਲ ਦੇ ਵਿੱਚ ਉਹਨਾਂ ਨੇ ਸੁਪਰ ਵੀਜ਼ਾ ਲਈ, ਹਾਂਜੀ ਮੈਂ ਆਲਰੇਡੀ ਉਹਨਾਂ ਨੂੰ ਆਨਸਰ ਕਰ ਦਿੱਤਾ ਸੀ। ਸੌਰੀ। ਤੇ ਉਸ ਤੋਂ ਬਾਅਦ ਵਿਸ਼ਾਲ ਜੀ ਦੀ ਕਾਲ ਆਈ ਸੀ, ਜਿਨ੍ਹਾਂ ਨੇ ਪਾਕਿਸਤਾਨ ਤੋਂ ਕਾਲ ਕੀਤੀ ਸੀ, ਤੇ ਉਹ ਪੁੱਛਣਾ ਚਾਹੁੰਦੇ ਸਨ ਕਿ ਜੀ ਕਾਫੀ ਉਹਨਾਂ ਦਾ ਸੋ ਉਹਨਾਂ ਨੇ ਕਿਹਾ ਸੀ ਕਿ ਆਫਿਸ ਐਡਮਿਨਿਸਟ੍ਰੇਟਰ PNP 'ਚ ਨਹੀਂ ਆ ਰਿਹਾ, ਕੀ ਆਪਸ਼ਨਸ ਨੇ ਜੀ? ਉਹ ਜੇ ਔਰ PNP ਕੱਲਾ ਇੱਕ ਕ੍ਰਾਈਟੇਰੀਆ ਨਹੀਂ ਹੈਗਾ ਜੀ, ਉਹ ਤੋਂ ਇਲਾਵਾ ਉਹ ਜੇ ਉਹਨਾਂ ਕੋਲ LMI ਹੈਗਾ ਤਾਂ ਵੀ ਉਹਨਾਂ ਦੇ ਪੁਆਇੰਟਸ ਬਣ ਸਕਦੇ ਨੇ, ਤਾਂ ਵੀ ਅਪਲਾਈ ਕਰ ਸਕਦੇ ਹੈਗੇ। ਜੇ ਉਹਨਾਂ ਕੋਲ ਜੌਬ ਆਫਰ ਹੈਗੀ ਹੈ, ਤਾਂ ਜੇ PNP ਨਹੀਂ ਆ ਰਿਹਾ ਤਾਂ ਉਹ ਜੌਬ ਆਫਰ ਨਾਲ ਵੀ ਅਪਲਾਈ ਕਰ ਸਕਦੇ ਨੇ। ਦੂਜਾ ਉਹਨਾਂ ਦਾ ਸਵਾਲ ਸੀਗਾ ਕਿ ਆਟਿਜ਼ਮ ਹੈਗਾ ਉਹਦੇ ਤੇ, ਤਾਂ ਜਿਹੜੀ ਮੈਡੀਕਲ ਇਨਐਡਮਿਸਿਬਿਲਿਟੀ ਹੈਗੀ ਆ ਉਹ ਸੈਕਸ਼ਨ 38 ਦੇ ਥੱਲੇ ਹੈਗਾ। ਸੋ ਕੋਈ ਮੈਡੀਕਲ ਪਾਸ ਫੇਲ ਨਾ ਦੀ ਚੀਜ਼ ਨਹੀਂ ਹੁੰਦੀ ਹੈਗੀ ਹੈ। ਸੋ ਜਿਹੜਾ ਕ੍ਰਾਈਟੇਰੀਆ ਹੈਗਾ ਉਹ 2 ਕ੍ਰਾਈਟੇਰੀਆ ਮੀਟ ਕਰਨੇ। ਇੱਕ ਤਾਂ ਉਹ ਜਿਹੜਾ ਪਬਲਿਕ ਦੀ ਹੈਲਥ ਨੂੰ ਰਿਸਕ ਨਹੀਂ ਹੋਣਾ ਚਾਹੀਦਾ, ਤੇ ਦੂਜਾ ਕੋਈ ਇਹ ਜਿਹਾ ਮੈਡੀਕਲ ਜਾਂ ਕੰਡੀਸ਼ਨ ਜਾਂ ਡਿਸੀਜ਼ ਨਹੀਂ ਹੋਣਾ ਚਾਹੀਦਾ ਜਿਹਦੇ ਕਰਕੇ ਕੈਨੇਡੀਅਨ ਸੋਸ਼ਲ ਸਿਸਟਮ ਤੇ ਬੋਝ ਪਵੇ। ਤੇ ਆਲਰੇਡੀ ਜਿਹੜੀਆਂ ਲਾਈਨਅਪਸ ਹੈਗੀਆਂ ਕੈਨੇਡਾ ਦੇ ਵਿੱਚ ਉਸ ਪਾਰਟਿਕੂਲਰ ਡਿਸੀਜ਼ ਜਾਂ ਮੈਡੀਕਲ ਕੰਡੀਸ਼ਨ ਲਈ ਉਹਦੇ ਵਿੱਚ ਉਹ ਵਾਧਾ ਹੋਵੇ। ਹੁਣ ਆਟਿਜ਼ਮ ਹੈਗਾ, ਜੇ ਆਟਿਜ਼ਮ ਹੈਗਾ ਤਾਂ ਉਹਨੂੰ ਸਪੈਸ਼ਲ ਕੇਅਰ ਦੀ ਜ਼ਰੂਰਤ ਪੈਂਦੀ ਹੋਣੀ ਹੈ ਉਸ ਪਾਰਟਿਕੂਲਰ ਚਾਈਲਡ ਨੂੰ। ਸੋ ਉਹਦੇ ਨਾਲ ਕੈਨੇਡੀਅਨ ਸੋਸ਼ਲ ਸਿਸਟਮ ਤੇ ਬੋਝ ਪੈਂਦਾ। ਹੁਣ ਲਿਬਰਲਸ ਨੇ ਪਿਛਲੇ ਸਾਲ ਇਲੈਕਸ਼ਨ ਤੋਂ ਪਹਿਲਾਂ ਇੱਕ ਕਾਨੂੰਨ ਦੇ ਵਿੱਚ ਸੋਧ ਕੀਤਾ ਸੀ, ਜਿੱਥੇ ਉਹਨਾਂ ਨੇ ਜਿਹੜੀ ਖਰਚੇ ਦੀ ਹੱਦ ਹੈ ਉਹਨੂੰ ਵਧਾ ਦਿੱਤਾ ਸੀ ਕਿ ਜੇ ਇੰਨੇ ਪੈਸੇ ਖਰਚ ਆਉਂਦੇ ਆ ਤਾਂ ਉਹ ਮੈਡੀਕਲੀ ਇਨਐਡਮਿਸਿਬਲ ਨਹੀਂ ਹੈਗਾ। ਸੋ ਉਹ ਰਕਮ ਕਰੀਬਨ $90,000 ਤੱਕ ਸੀਗੀ। ਸੋ ਜੇ ਤਾਂ $90,000 ਤੱਕ ਅਗਲੇ 50 ਸਾਲਾਂ 'ਚ ਉਸ ਇੰਡੀਵਿਜੂਅਲ ਤੇ ਖਰਚਾ ਆਉਂਦਾ ਹੈ, ਫਿਰ ਤਾਂ ਉਹ ਐਡਮਿਸਿਬਲ ਮੰਨਿਆ ਜਾਊਗਾ। ਪਰ ਜੇ ਉਹ ਤੋਂ ਜ਼ਿਆਦਾ ਆਉਂਦਾ ਤਾਂ ਉਹ ਇਨਐਡਮਿਸਿਬਲ ਮੰਨਿਆ ਜਾਊਗਾ।
ਹੁਣ ਇਹਦੇ ਨਾਲ ਐਕਸਕਿਊਜ਼ ਮੀ ਤੁਸੀਂ ਪਲਾਨ ਵੀ ਇੱਕ ਦੇਣਾ ਹੈਗਾ। ਉਹ ਪਲਾਨ ਇਹ ਹੈ ਕਿ ਤੁਸੀਂ ਕਿਵੇਂ ਉਸ ਆਟਿਸਟਿਕ ਚਾਈਲਡ ਨੂੰ ਸੋਸ਼ਲ ਸਿਸਟਮ ਤੇ ਬੋਝ ਨਹੀਂ ਬਣਨ ਦਿਓਗੇ। ਇੱਕ ਹੈਲਵਟਸ ਕੇਸ ਦੇ ਵਿੱਚੋਂ ਸੁਪਰੀਮ ਕੋਰਟ ਆਫ ਕੈਨੇਡਾ ਨੇ ਇੱਕ ਬਹੁਤ ਇੰਪੋਰਟੈਂਟ ਡਿਸੀਜਨ ਦਿੱਤਾ ਸੀ ਇਹਦੇ ਉੱਤੇ। ਉਹ ਇਹ ਸੀਗਾ ਕਿ ਜਿਹੜਾ ਇੰਡੀਵਿਜੂਅਲ ਸੀ ਇਹ ਸਾਊਥ ਅਫਰੀਕਾ ਤੋਂ ਸੀ ਤੇ ਉਹ ਖੁਦ ਡਾਕਟਰ ਸੀਗਾ ਤੇ ਉਹਦੇ ਵਿੱਚ ਵੀ ਸਪੈਸ਼ਲ ਨੀਡਸ ਇੱਕ ਚਾਈਲਡ ਸੀਗਾ। ਉਹ ਸਪੈਸ਼ਲ ਨੀਡਸ ਚਾਈਲਡ ਨੂੰ ਇਹ ਕਹਿ ਕੇ ਕਿ ਇਹ ਕੈਨੇਡਾ ਦੇ ਸੋਸ਼ਲ ਸਿਸਟਮ ਤੇ ਬੋਝ ਪੜੂਗਾ ਉਹਨੂੰ ਰਿਫਿਊਜ਼ ਕਰ ਦਿੱਤਾ ਗਿਆ। ਪਰ ਡਾਕਟਰ ਕਿਉਂਕਿ ਖੁਦ ਡਾਕਟਰ ਸੀਗਾ ਤੇ ਉਹਦੀ ਟੇਕ ਕੇਅਰ ਕਰ ਸਕਦਾ ਸੀ। ਇਹਦੇ ਨਾਲ ਕਿਉਂਕਿ ਉਹ ਹਾਈ ਇਨਕਮ ਅਰਨਰ ਸੀ ਸੋ ਉਹਨੇ ਬੋਝ ਨਹੀਂ ਪੈਣ ਦਿੱਤਾ। ਸੋ ਜੇ ਆਪਾਂ ਇੱਕ ਸਿਗਨੀਫੀਕੈਂਟ ਪਲਾਨ ਦੇ ਸਕਦੇ ਹਾਂ ਕਿ ਆਹ ਪਲਾਨ ਦੇ ਮੁਤਾਬਕ ਅਸੀਂ ਬੋਝ ਹੈ ਜਿਹੜਾ ਉਹ ਨਹੀਂ ਬਣਨ ਦੇਵਾਂਗੇ ਤਾਂ ਫਿਰ ਉਹ ਮੈਡੀਕਲ ਇਨਐਡਮਿਸਿਬਿਲਿਟੀ ਵੀ ਓਵਰਕਮ ਹੋ ਸਕਦੀ ਹੈ। ਇੱਕ ਹੋਰ ਕੇਸ ਮੈਂ ਦੱਸਣਾ ਚਾਹੁੰਦਾ ਜਿੱਥੇ ਕਿ ਇਹ ਮੇਰਾ ਖੁਦ ਲੜਿਆ ਹੋਇਆ ਕੇਸ ਹੈਗਾ। ਇਹਦੇ ਵਿੱਚੋਂ ਇੱਕ ਇੰਡੀਵਿਜੂਅਲ ਸੀ, ਮਾਂ ਸੀਗੀ ਉਹ, ਸੋ ਪੈਰੈਂਟਸ ਦਾ ਕੇਸ ਸੀ ਤੇ ਉਹਨੂੰ ਮੈਡੀਕਲੀ ਇਨਐਡਮਿਸਿਬਲ ਡਿਕਲੇਅਰ ਕਰਤਾ ਕਿਉਂਕਿ ਉਹ ਸਿਜ਼ੋਫਰੀਨੀਆ ਬਿਮਾਰੀ ਨਾਲ ਸ਼ਿਕਾਰ ਸੀਗੀ। ਹੁਣ ਜੇ ਕੋਈ ਸਿਜ਼ੋਫਰੇਨਿਕ ਹੈ ਉਹਨੂੰ ਸਿਗਨੀਫੀਕੈਂਟ ਕੇਅਰ ਦੀ ਲੋੜ ਪੈਂਦੀ ਹੈ। ਪਰ ਜਿਹੜੀ ਡਾਟਰ ਇਨ ਲਾਅ ਸੀ ਉਹ ਖੁਦ ਨਰਸ ਸੀਗੀ, ਉਹ ਮੈਂਟਲ ਹੈਲਥ ਦੇ ਵਿੱਚੋਂ ਨਰਸ ਸੀ। ਸੋ ਉਹਨੇ ਪਲਾਨ ਪ੍ਰੈਜ਼ੈਂਟ ਕਰੀ ਕਿ ਉਹ ਖੁਦ ਜਿਹੜੀ ਨਰਸ ਹੋ ਕੇ ਉਹਦੀ ਕਿਵੇਂ ਟੇਕ ਕੇਅਰ ਕਰ ਸਕਦੀ ਹੈ ਤਾਂ ਵੀ ਉਹਦੀ ਮੈਡੀਕਲ ਇਨਐਡਮਿਸਿਬਿਲਿਟੀ ਹੈ ਜਿਹੜੀ ਓਵਰਕਮ ਹੋ ਗਈ। ਸੋ ਇਹ ਕੋਈ ਸੈੱਟ ਕ੍ਰਾਈਟੇਰੀਆ ਨਹੀਂ ਹੈਗਾ ਕਿ ਜੇ ਤੁਸੀਂ ਜੂਰਿਸਪ੍ਰੂਡੈਂਸ ਕਹਿੰਦੀ ਹੈ, ਕੇਸ ਲਾਅ ਕਹਿੰਦਾ ਹੈ ਕਿ ਜੇ ਤੁਸੀਂ ਇੱਕ ਸਿਗਨੀਫੀਕੈਂਟ ਪਲਾਨ ਦੇ ਸਕਦੇ ਹੋ ਤਾਂ ਮੈਡੀਕਲ ਇਨਐਡਮਿਸਿਬਿਲਿਟੀ ਨੂੰ ਓਵਰਕਮ ਕੀਤਾ ਜਾ ਸਕਦਾ। ਜੀ ਬਿਲਕੁਲ। ਨੈਕਸਟ ਜੀ BC ਤੋਂ ਕਾਲ ਆਈ ਸੀ, ਕਹਿੰਦੇ ਕਿ ਸਟੂਡੈਂਟ ਵੀਜ਼ਾ ਤੇ ਇੱਥੇ ਆਏ ਹੋਏ ਨੇ ਤੇ 3 ਸਾਲ ਹੋ ਗਏ ਨੇ, ਫਾਦਰ ਨੂੰ ਵਿਜ਼ਟਰ ਵੀਜ਼ਾ ਮਿਲਿਆ ਸਕਦੇ ਕਿ ਨਹੀਂ? ਜੀ ਆਪਾਂ ਇਹ ਤੇ ਪਹਿਲਾਂ ਵੀ ਗੱਲ ਕਰ ਚੁੱਕੇ ਹੈਗੇ ਆ ਕਿ ਜਿਹੜੀ ਇਹ ਐਗਜ਼ੈਂਪਸ਼ਨਸ ਨੇ ਟਰੈਵਲ ਰਿਸਟ੍ਰਿਕਸ਼ਨਸ ਤੋਂ, ਇਹ ਸਿਰਫ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਨੈਂਟ ਰੈਜ਼ੀਡੈਂਟਸ ਦੇ ਰਿਲੇਟਿਵਸ ਲਈ ਹੈਗੀਆਂ ਨੇ ਤੇ ਜਾਂ ਕੋਈ ਵਰਕਰ ਹੈਗਾ ਤੇ ਉਹਦੇ ਸਪਾਊਸ ਤੇ ਉਹਦੇ ਚੱਲਣ ਲਈ ਹੈ, ਕੋਈ ਸਟੂਡੈਂਟ ਹੈ ਉਹਦੇ ਸਪਾਊਸ ਤੇ ਚੱਲਣ ਲਈ ਹੈ, ਪਰ ਉਹਦੇ ਪੈਰੈਂਟਸ ਲਈ ਨਹੀਂ ਹੈਗਾ। ਉਹ ਸਿਰਫ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟਸ ਦੇ ਪੈਰੈਂਟਸ ਨੂੰ ਹੀ ਐਗਜ਼ੈਂਪਸ਼ਨ ਹੈਗਾ। ਜੀ ਬਿਲਕੁਲ। ਇਸ ਤੋਂ ਬਾਅਦ ਦਵਿੰਦਰ ਜੀ ਦੀ ਕਾਲ ਆਈ ਸੀ ਜਿਹੜੇ ਪੁੱਛ ਰਹੇ ਸਨ ਇੱਕ ਤਾਂ ਕਿ ਉਹਨਾਂ ਦੇ ਫਾਦਰ ਇਨ ਲਾ ਕੋਲ ਕੈਨੇਡਾ ਦੀ PR ਕਾਰਡ ਹੈਗਾ ਤੇ 1.5 ਸਾਲ ਹੋ ਚੁੱਕਿਆ ਇੰਡੀਆ ਗਿਆ ਨੂੰ, ਕੋਈ ਟਾਈਮ ਪੀਰੀਅਡ ਹੈ ਇਸ ਦਾ? ਬਿਲਕੁਲ ਜੀ, ਕਿਸੇ ਵੀ 5 ਸਾਲ ਦੇ ਵਿੱਚੋਂ 730 ਦਿਨ ਕੈਨੇਡਾ ਦੇ ਵਿੱਚੋਂ ਰਹਿਣਾ ਜ਼ਰੂਰੀ ਹੈ। ਇਹ ਰੈਜ਼ੀਡੈਂਸੀ ਆਬਲੀਗੇਸ਼ਨ ਹੈ ਸੈਕਸ਼ਨ 28 ਦੇ ਥੱਲੇ ਜਿਹੜੀ ਤੁਸੀਂ ਪੂਰੀ ਕਰਨੀ ਹੈਗੀ ਹੈ। ਹੁਣ ਜੇ ਉਹਨਾਂ ਨੂੰ ਸਾਲ 1.5 ਸਾਲ ਹੋ ਗਿਆ ਹੈ ਤੇ ਜੇ ਪਿੱਛੇ ਉਹਨਾਂ ਦਾ PR ਕਾਰਡ ਦੇ ਵਿੱਚ ਸਮਾਂ ਬਚਦਾ ਤਾਂ ਵਾਪਸ ਆ ਸਕਦੇ ਆ। ਜੇ ਨਹੀਂ ਆ ਪਾਉਣਗੇ ਤਾਂ ਵੀ ਉਹ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਲਈ ਆਪਣੀ ਐਪਲੀਕੇਸ਼ਨ ਹੈ ਜਿਹੜੀ ਕਰ ਸਕਣਗੇ ਤੇ ਉਹ ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਹੋਊਗੀ ਚਾਹੇ ਕਾਰਡ ਵੀ ਐਕਸਪਾਇਰ ਹੋ ਜਾਂਦਾ। ਪਰ ਇਹਦੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਦੇਖਣ ਵਾਲੀ ਹੈਗੀ ਹੈ ਕਿ ਜਿਹੜਾ COVID-19 ਹੈ ਦਾ ਸਿਚੁਏਸ਼ਨ ਹੈ ਇਹਨੂੰ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਦੇ ਵਿੱਚ ਨਹੀਂ ਮੰਨਿਆ ਗਿਆ ਕਿਉਂਕਿ ਇਹ ਤਾਂ ਸਾਰਿਆਂ ਲਈ ਹੈ। ਇਹ ਕੋਈ ਖਾਸ ਅਨਡਿਜ਼ਰਵਡ ਹਾਰਡਸ਼ਿਪ ਤਾਂ ਹੈ ਨਹੀਂ ਕਿ ਮੈਨੂੰ ਇਕੱਲੇ ਨੂੰ ਤਕਲੀਫ ਆਈ ਹੈ, ਇਹ ਸਾਰੀ ਦੁਨੀਆ ਨੂੰ ਤਕਲੀਫ ਆਈ ਹੈ। ਸੋ ਇਹ ਅਨਡਿਜ਼ਰਵਡ ਹਾਰਡਸ਼ਿਪ ਦੇ ਵਿੱਚੋਂ ਇਹਨੂੰ ਨਹੀਂ ਮੰਨਿਆ ਗਿਆ। ਪਰ ਜਦੋਂ ਤੁਸੀਂ ਵਾਪਸ ਆਉਣਾ ਹੈ ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਤਾਂ ਦੇ ਦਿੱਤੀ ਜਾਊਗੀ, ਪਰ ਇਹ ਦਿਨ ਤੁਹਾਡੇ ਜਿਹੜੇ ਬਾਹਰ ਗੁਜ਼ਾਰੇ ਨੇ ਉਹ ਵਿਦਨ ਕੈਨੇਡਾ ਨਹੀਂ ਮੰਨੇ ਜਾ ਸਕਦੇ। ਤਾਂ ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਮਿਲ ਜੂਗੀ, ਪਰ ਜੇ ਤੁਹਾਨੂੰ ਰਾਈਟ ਆਫ ਅਪੀਲ ਦਿੱਤਾ ਜਾਂਦਾ ਹੈ ਤਾਂ ਇਹ ਗਰਾਊਂਡ ਨੂੰ ਤੁਸੀਂ ਨਹੀਂ ਯੂਜ਼ ਕਰ ਸਕੋਗੇ। ਹਾਂ, ਇਹਨੂੰ ਉੱਥੇ ਤੱਕ ਤਾਂ ਯੂਜ਼ ਕਰ ਸਕਦੇ ਸੀ ਕਿ ਫਲਾਈਟਸ ਅਵੇਲੇਬਲ ਨਹੀਂ ਸੀ, ਪਰ ਜੇ ਫਲਾਈਟਸ ਅਵੇਲੇਬਲ ਨੇ ਫਿਰ ਉਹ ਦਿਨ ਵਰਤੇ ਨਹੀਂ ਜਾ ਸਕਦੇ। ਸੋ ਇਹ ਮੈਂ ਦਵਿੰਦਰ ਜੀ ਨੂੰ ਇਹ ਸਲਾਹ ਦਊਂਗਾ ਕਿ ਉਹਨਾਂ ਦੇ ਹੋਰ ਕੇਸ ਦੇ ਉੱਤੇ ਡਿਸਕਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਹੜੀਆਂ ਸਰਕਮਸਟੈਂਸਸ ਨੇ ਜਿਨ੍ਹਾਂ ਕਰਕੇ ਉਹ ਉੱਥੇ ਨਹੀਂ ਗਏ ਹੈਗੇ ਆ। ਮੈਂ ਆਪਣੇ ਕਾਲਰ ਨੂੰ ਕਹਾਂਗੀ 1 ਮਿੰਟ ਲਈ ਪਲੀਜ਼ ਹੋਲਡ ਕਰਿਓ। ਖੈਰਾ ਜੀ ਇੱਕ ਸਵਾਲ ਦਾ ਜਵਾਬ ਦੇ ਰਹੇ ਨੇ, 1 ਮਿੰਟ ਲਈ ਹੋਲਡ ਕਰਿਓ। ਸਰਕਮਸਟੈਂਸਸ ਨੇ ਜਿਨ੍ਹਾਂ ਕਰਕੇ ਉਹ ਵਾਪਸ ਨਹੀਂ ਆ ਪਾਏ, ਉਹ ਤੋਂ ਬਾਅਦ ਉਹਨਾਂ ਨੂੰ ਸਲਾਹ ਜਿਹੜੀ ਉਹ ਦਿੱਤੀ ਜਾ ਸਕਦੀ। ਇਹਨਾਂ ਦਾ ਇੱਕ ਹੋਰ ਸਵਾਲ ਸੀ ਕਿ ਇਹਨਾਂ ਦੇ ਬ੍ਰਦਰ ਇਨ ਲਾਅ ਦੀ ਕਰਿਆਨਾ ਦੁਕਾਨ ਹੈ ਜੀ, ਹਾਂਜੀ, ਤੇ ਉਹ ਕਿਸ ਤਰੀਕੇ ਨਾਲ ਇੱਥੇ ਆ ਸਕਦੇ ਨੇ? ਸੋ ਜੇ ਤਾਂ ਉਹ 10 ਜਮਾਤ ਪੜ੍ਹੇ ਆ ਜੀ ਫਿਰ ਤਾਂ ਕੁਆਲੀਫਾਈ ਬਿਲਕੁਲ ਨਹੀਂ ਕਰਨਗੇ ਕਿਉਂਕਿ ਕਿਸੇ ਵੀ ਪ੍ਰੋਗਰਾਮ 'ਚ ਕੁਆਲੀਫਾਈ ਕਰਨ ਲਈ ਘੱਟੋ ਘੱਟ ਗ੍ਰੇਡ 12 ਐਜੂਕੇਸ਼ਨ ਹੋਣਾ ਜ਼ਰੂਰੀ ਹੈ। ਤੇ ਦੂਜਾ ਜੇ ਉਹ ਇਨਵੈਸਟਰ ਦੇ ਤੌਰ ਤੇ ਆਉਣਾ ਚਾਹੁੰਦੇ ਨੇ ਤਾਂ ਉਹ ਸਰਟਨ ਅਮਾਉਂਟ ਆਫ ਉਹਨਾਂ ਦਾ ਨੈਟਵਰਥ ਵੀ ਹੋਣਾ ਜ਼ਰੂਰੀ ਹੈ। ਸੋ ਸਿੰਪਲੀ ਕਿ ਦੁਕਾਨ ਹੈ ਕਿਵੇਂ ਕੁਆਲੀਫਾਈ ਕਰਨਗੇ ਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੈ ਜੀ। ਨੈਕਸਟ ਸਾਡੇ ਦਰਸ਼ਕ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਬੋਲਦਾ ਜੀ। ਜੀ ਸਰ, ਟੀਵੀ ਸਕਰੀਨ ਸਿੰਘ ਧੀਮਾਨ ਬੋਲਦਾ ਜੀ ਸਰੀ ਤੋਂ। ਸਰ ਟੀਵੀ ਸਕਰੀਨ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਹੈ ਜੀ, ਖਹਿਰਾ ਸਾਹਿਬ ਨਾਲ ਕੁਐਸਚਨ ਹੈ ਮੇਰਾ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਸਰ, ਆਪਣਾ ਸਵਾਲ ਰੱਖੋ ਜੀ, ਸਵਾਲ ਰੱਖੋ। ਖਹਿਰਾ ਸਾਹਿਬ ਤੁਹਾਡਾ ਸਵਾਲ ਸੁਣ ਰਹੇ ਨੇ, ਸਵਾਲ ਰੱਖੋ। ਹਾਂ ਜੀ, ਇਹ ਰਿਕੁਐਸਟ ਹੈ ਜੀ, ਮੇਰੇ ਲੜਕੇ ਦਾ ਕੇਸ ਹੈ ਸਪੋਜ਼ ਦਾ
ਜੀ ਔਰ ਉਹਦੀ ਸ਼ਾਦੀ ਹੋਈ ਸੀ 29 ਜਨਵਰੀ ਨੂੰ ਇੰਡੀਆ 'ਚ। ਤੇ ਔਰ ਉਹਦਾ ਅਪਲਾਈ ਕੀਤਾ ਖਹਿਰਾ ਸਾਹਿਬ ਵਾਲੇ ਦੇ ਥਰੂ, ਇਹਨਾਂ ਦੀ ਜਿਹੜੀ ਕੰਪਨੀ ਹੈ ਜੀ, ਔਰ ਉਹ ਬਿਲਕੁਲ ਅੱਜ ਪੜ੍ਹ ਕੇ ਇਹਨਾਂ ਨੇ ਡਿਸਪੈਚ ਹੀ ਕਰ ਦੇਣਾ ਇਮੀਗ੍ਰੇਸ਼ਨ ਵਾਲਿਆਂ ਨੂੰ। ਤੇ ਉਹ ਮੈਂ ਬੈਠਾ ਟੀਵੀ ਦੇਖ ਰਿਹਾ ਸੀਗਾ ਤੇ ਤੁਹਾਡਾ ਨਾ ਜਿਹੜਾ ਹੈਡਿੰਗ ਹੈ ਹੁਣ ਸਪਾਊਸ ਨੂੰ ਮਿਲ ਸਕਦਾ ਹੈ ਵਿਜ਼ਟਰ ਵੀਜ਼ਾ। ਮੇਰੀ ਰਿਕੁਐਸਟ ਹੈ ਵੀ ਉਹ ਮੇਰੇ ਲੜਕੇ ਨੂੰ ਜਾਂ ਨੂੰਹ ਨੂੰ ਜਿਹੜੇ ਉਹ ਇੰਡੀਆ 'ਚ ਹੈ ਜਾਂ ਮੇਰਾ ਲੜਕਾ ਇੰਡੀਆ ਜਾਣਾ ਚਾਹੁੰਦਾ ਹੈ ਵੀ ਇਹਨਾਂ ਨੂੰ ਹੁਣ ਵਿਜ਼ਟਰ ਵੀਜ਼ਾ ਮਿਲ ਸਕਦਾ। ਮੇਰਾ ਲੜਕਾ ਜਿਹੜਾ ਨਾ ਉਹ ਕ੍ਰਿਟੀਕਲ ਹੈ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹਾਂਜੀ, ਜੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਤਾਂ ਤੁਹਾਨੂੰ ਇਹਦੀ ਜਾਣਕਾਰੀ ਮਿਲ ਜਾਣੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਰ ਆਪਾਂ ਨਾਲ ਦੀ ਨਾਲ ਆਪਣੇ ਕੇਸ ਦੇ ਬਾਰੇ ਵੀ ਡਿਸਕਸ ਕਰੀਏ। ਇੱਕ ਲਾਸਟ ਕਾਲ ਇਸ ਵਕਤ ਅਸੀਂ ਲੈ ਰਹੇ ਹਾਂ, ਇਸ ਤੋਂ ਬਾਅਦ ਅਸੀਂ ਕਾਲਸ ਹੋਲਡ ਕਰਾਂਗੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇੱਥੋਂ ਕੈਲਗਰੀ ਤੋਂ ਬੋਲ ਰਿਹਾ ਜੀ। ਜੀ ਕੀ ਸਵਾਲ ਹੈ ਤੁਹਾਡਾ? ਮੇਰਾ ਕੁਐਸਚਨ ਇਹ ਹੈ ਜੀ, ਮੈਂ ਇੰਡੀਆ ਨਾ ਅਪਰੂਵਲ AIP ਆਈ ਹੋਈ ਹੈ ਐਂਡ ਦੀ ਵੀ ਉਹਨਾਂ ਨੇ ਯਾਨੀ ਕਿ ਉਹ ਕਦੋਂ ਖੁੱਲੇ? ਸਰ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਤੁਸੀਂ ਇੰਡੀਆ ਦੇ ਵਿੱਚ ਸਰ VSF ਦੇ ਬਾਰੇ ਪੁੱਛਣਾ ਚਾਹੁੰਦੇ ਕਦੋਂ ਖੁੱਲ ਸਕਦੇ ਆ? ਆਪਾਂ ਆਨਸਰ ਦਈਏ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਰ। ਸੋ ਜਿਹੜਾ VFS ਖੁੱਲਣਾ ਹੈ ਸਰਕਾਰ ਦਾ ਡਿਸੀਜਨ ਹੈ ਜੀ, ਪਰ ਉਹਨਾਂ ਨੇ ਆਖਿਆ ਉਹਨੂੰ ਅਪਰੂਵਲ ਇਨ ਪ੍ਰਿੰਸੀਪਲ ਆਈ ਹੋਈ ਹੈ ਤਾਂ ਉਹ ਫਿਰ ਉੱਥੇ ਬੈਠ ਕੇ ਵੀ ਪੜ੍ਹ ਸਕਦੇ ਆ। ਤੇ ਇੱਕ ਹੋਰ ਚੇਂਜ ਜਿਹੜਾ ਕੀਤਾ ਗਿਆ ਉਹ ਕੀਤਾ ਗਿਆ ਜਿਹੜਾ 30 ਅਪ੍ਰੈਲ 2021 ਤੱਕ ਜਿਹੜੇ ਪੜ੍ਹਾਈ ਆਊਟਸਾਈਡ ਕੈਨੇਡਾ ਕਰਨਗੇ ਉਹਨਾਂ ਦਾ 50% ਪੜ੍ਹਾਈ ਕੈਨੇਡਾ ਦੇ ਵਿੱਚ ਹੈਗੀ ਹੈ ਤਾਂ ਵੀ ਉਹਨਾਂ ਨੂੰ ਪੂਰਾ ਵਰਕ ਪਰਮਿਟ ਹੈ ਜਿਹੜਾ ਮਿਲ ਜੂਗਾ। ਕਹਿਣ ਦਾ ਮਤਲਬ ਹੈ ਕਿ ਜਾਂ ਦਸੰਬਰ ਤੱਕ ਵੀ ਉਹ ਬਾਹਰ ਪੜ੍ਹਦੇ ਰਹਿੰਦੇ ਆ ਤੇ ਅਗਲਾ ਆ ਕੇ ਸਮੈਸਟਰ ਇੱਥੇ ਪੜ੍ਹ ਲੈਂਦੇ ਨੇ ਤਾਂ ਵੀ ਉਹਨਾਂ ਨੂੰ ਵਰਕ ਪਰਮਿਟ ਮਿਲ ਜੂਗਾ। ਪਰ VFS ਕਦੋਂ ਖੁੱਲਣਗੇ ਦਾ ਸਵਾਲ ਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੈ ਜੀ। ਜੀ ਸਰ, ਇੱਕ ਲਾਸਟ ਮੈਂ ਆਨਸਰ ਕੁਐਸਚਨ ਦਾ ਜ਼ਰੂਰ ਜਾਣਨਾ ਚਾਹੂੰਗੀ। ਸਾਨੂੰ ਇੱਕ ਦਰਸ਼ਕ ਨੇ ਲਖਵਿੰਦਰ ਸਿੰਘ ਜੀ, ਉਹਨਾਂ ਨੇ ਸਾਨੂੰ ਕਮੈਂਟ ਕਰਕੇ ਪੁੱਛਿਆ ਹੈ ਕਿ ਐਕਸਪ੍ਰੈਸ ਐਂਟਰੀ ਦਾ ਇਸ ਵਾਰ ਜਿਹੜਾ ਡਰਾ ਹੈ ਡਿਲੇ ਹੋ ਗਿਆ, ਕੀ ਸਕੋਰਸ ਅਪ ਜਾਂ ਡਾਊਨ ਹੋਣ ਦੀ ਕੋਈ ਹੈ ਸੰਭਾਵਨਾ? ਮੋਰ ਦੈਨ ਲਾਈਕਲੀ ਸੀ, ਕਿਉਂਕਿ ਮਿਨਿਸਟਰ ਨੇ ਹੁਣੇ ਆਪਣੀ ਰਿਪੋਰਟ ਹੈ ਜਿਹੜੀ 1 ਨਵੰਬਰ ਨੂੰ ਦਿੱਤੀ ਹੈਗੀ ਹੈ ਜੀ। ਹੁਣ ਉਹ ਰਿਪੋਰਟ ਕਰਕੇ ਇਹ ਡਿਲੇਸ ਨੇ ਜਿਹੜੀਆਂ ਹੋਈਆਂ ਨੇ ਹੁਣ ਸ਼ਾਇਦ ਕੱਲ ਨੂੰ ਜਾਂ ਨੈਕਸਟ ਵੀਕ ਤੱਕ ਇਹ ਰਿਜ਼ਲਟ ਆ ਜੂਗੇ। ਪਰ ਇਸ ਵੇਲੇ ਸਭ ਤੋਂ ਇੰਪੋਰਟੈਂਟ ਜਿਹੜਾ ਇਸ਼ੂ ਹੈਗਾ ਉਹ ਹੈਗਾ ਜਿਵੇਂ ਜਿਹੜੇ ਫ੍ਰੈਂਕੋਫੋਨ ਜਾਂ ਬਾਇਲਿੰਗੁਅਲਸ ਨੇ ਪੁਆਇੰਟ ਨੇ, ਹਾਂਜੀ ਉਹਦੇ ਨਾਲ ਆਫ ਕੋਰਸ ਪੁਆਇੰਟ ਉੱਤੇ ਜਾਣ ਦੇ ਚਾਂਸਸ ਹੋਣਗੇ। ਜੀ ਬਿਲਕੁਲ। ਅਸੀਂ ਆਪਣੇ ਟੌਪਿਕ ਦੇ ਉੱਤੇ ਆਈਏ, ਆਪਾਂ ਸੈਕੰਡ ਸਟੈਪ ਦੀ ਗੱਲ ਕਰ ਰਹੇ ਸੀਗੇ ਕਿ ਜਿਨ੍ਹਾਂ ਨੂੰ ਇਜਾਜ਼ਤ ਮਿਲ ਚੁੱਕੀ ਹੋਈ ਹੈ ਇੱਥੇ ਸਪਾਂਸਰਸ਼ਿਪ ਤੋਂ ਬਾਅਦ। ਸੋ ਜਿਹੜਾ ਮੈਂ ਦੱਸ ਰਿਹਾ ਸੀ ਕਿ ਲੀਗਲ ਪ੍ਰੋਫੈਸ਼ਨਲ ਹੈ ਜਿਹੜਾ ਉਹ ਗੱਲ ਨੂੰ ਅੰਡਰਸਟੈਂਡ ਕਰ ਸਕੂਗਾ ਜਿਹੜੀ ਫਸਟ ਸਟੇਜ ਅਪਰੂਵਲ ਹੈਗੀ ਹੈ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ। ਇੱਕ ਸੈਟ ਕ੍ਰਾਈਟੇਰੀਆ ਹੈਗਾ ਆਫਿਸਰ ਨੂੰ ਐਨਾਲਿਸਿਸ ਕਰਨ ਨੂੰ। ਸੋ ਪਹਿਲਾਂ ਤੁਸੀਂ ਆਪਣੀ ਵਿਆਹਿਕ ਅਰਜ਼ੀ ਹੈ ਜਿਹੜੀ ਉਹ ਫਾਈਲ ਕਰਦੇ ਹੋ, ਸਪਾਂਸਰਸ਼ਿਪ ਅਪਰੂਵਲ ਹੁੰਦੀ ਹੈ, ਉਸ ਤੋਂ ਬਾਅਦ ਉਹ ਅਰਜ਼ੀ ਵੀਜ਼ਾ ਪੋਸਟ ਤੇ ਚਲੀ ਜਾਂਦੀ ਹੈ। ਉੱਥੇ ਆਫਿਸਰ ਇਹ ਚੀਜ਼ ਨੂੰ ਡਿਸਾਈਡ ਕਰਦਾ ਹੈ ਕਿ ਕੀ ਸਭ ਕਾਗਜ਼ ਪੱਤਰ ਸਹੀ ਹੈਗੇ ਨੇ, ਕਿ ਇਹਨੂੰ ਇੰਟਰਵਿਊ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਜੇ ਤਾਂ ਆਫਿਸਰ ਐਨਾਲਾਈਜ਼ ਕਰਦਾ ਕਿ ਇਹਨੂੰ ਇੰਟਰਵਿਊ ਦੀ ਜ਼ਰੂਰਤ ਨਹੀਂ ਹੈ ਤਾਂ ਇਹਦਾ ਮਤਲਬ ਫਸਟ ਸਟੇਜ ਅਪਰੂਵਲ ਹੋ ਚੁੱਕੀ ਹੈ। ਉਹ ਤੋਂ ਬਾਅਦ ਮੈਡੀਕਲ ਤੇ ਪੁਲਿਸ ਕਲੀਅਰੈਂਸ ਜਿਹੜਾ ਹੈਗਾ ਪੈਂਡਿੰਗ ਡਾਕੂਮੈਂਟ ਰਹਿ ਜਾਂਦਾ। ਜੇ ਆਫਿਸਰ ਕਹਿੰਦਾ ਹੈਗਾ ਕਿ ਇਹਨੂੰ ਇੰਟਰਵਿਊ ਰਿਕੁਆਇਰਡ ਹੈਗੀ ਹੈ ਤੇ ਫਿਰ ਉਹ ਅਪਰੂਵਲ ਨਹੀਂ ਹੈਗੀ ਹੈ। ਸੋ ਇਹ ਜਾਣਕਾਰੀ ਕਿਵੇਂ ਮਿਲੇ ਕਿ ਮੈਨੂੰ ਫਸਟ ਸਟੇਜ ਅਪਰੂਵਲ ਹੋ ਚੁੱਕੀ ਹੈ ਕਿ ਨਹੀਂ ਹੋ ਚੁੱਕੀ ਹੈ? ਉਦੋਂ ATIP ਤੋਂ ਹੀ ਪਤਾ ਲੱਗ ਸਕਦਾ ਹੈਗਾ। ਜੇ ਉੱਥੇ ਹੈਗਾ ਕਿ ਇਹਨੂੰ ਇੰਟਰਵਿਊ ਦੀ ਜ਼ਰੂਰਤ ਨਹੀਂ ਹੈਗੀ ਹੈ ਤਾਂ ਫਸਟ ਸਟੇਜ ਅਪਰੂਵਲ ਹੈ ਜਿਹੜੀ ਉਹ ਮੰਨੀ ਜਾਊਗੀ। ਇਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰ ਰਹੇ ਸੀ ਤੀਜਾ ਕ੍ਰਾਈਟੇਰੀਆ ਸੀ ਸਿਗਨੀਫੀਕੈਂਟ ਟਾਈਜ਼। ਜਦੋਂ ਵੀ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੈਗਾ ਤਾਂ ਜਿਹੜੀਆਂ ਟਾਈਜ਼ ਨੇ ਉਹ ਬਹੁਤ ਇੰਪੋਰਟੈਂਟ ਨੇ। ਤਾਂ ਟਾਈਜ਼ ਇਹ ਨਹੀਂ ਹੈਗਾ ਕਿ ਮੇਰੇ ਬੈਂਕ 'ਚ ਕਿੰਨੇ ਪੈਸੇ ਪਏ ਹੈ, ਮੇਰੇ ਕੋਲ ਜ਼ਮੀਨ ਜਾਇਦਾਦ ਹੈਗੀ ਹੈ, ਇਹ ਕੋਈ ਟਾਈਜ਼ ਨਹੀਂ ਹੈਗੀ ਹੈ। ਸਭ ਤੋਂ ਇੰਪੋਰਟੈਂਟ ਟਾਈ ਹੈਗੀ ਹੈ ਕਿ ਕਈ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਉੱਥੇ ਵਾਪਸ ਤੁਹਾਡਾ ਲਾਈਵਲੀਹੁੱਡ ਅਰਨ ਕਰਨ ਨੂੰ ਲਿਜਾ ਸਕਦੀ ਹੋਗੀ, ਨੌਕਰੀ। ਸੋ ਜੇ ਤੁਹਾਡੇ ਕੋਲ ਨੌਕਰੀ ਅਵੇਲੇਬਲ ਹੈ ਤੇ ਜੇ ਤੁਸੀਂ ਵਾਪਸ ਜਾਂਦੇ ਹੋ ਤਾਂ ਤੁਸੀਂ ਉਹ ਨੌਕਰੀ ਕਰ ਸਕੋਗੇ ਉੱਥੇ ਜਾ ਕੇ, ਜਾਂ ਤੁਹਾਡਾ ਕੋਈ ਕਾਰੋਬਾਰ ਹੈ ਜਿਹਦੇ 'ਚ ਤੁਸੀਂ ਜਾ ਕੇ ਉਹ ਦੁਬਾਰੇ ਕਾਰੋਬਾਰ ਕਰ ਸਕੋਗੇ, ਉਹ ਥੋੜੀ ਸਿਗਨੀਫੀਕੈਂਟ ਟਾਈਜ਼ ਨੇ। ਦੂਜਾ, ਤੁਸੀਂ ਕੋਈ ਕਰਜ਼ਾ ਲਿਆ ਹੈਗਾ, ਤੁਸੀਂ ਕੋਈ ਲੋਨ ਲਿਆ, ਤੁਸੀਂ ਉਹ ਲੋਨ ਨੂੰ ਵਾਪਸ ਕਰਨਾ। ਜੇ ਲੋਨ ਵਾਪਸ ਨਹੀਂ ਕਰੋਗੇ ਤਾਂ ਡਿਫਾਲਟ ਹੋ ਸਕਦਾ ਹੈ। ਜੇ ਡਿਫਾਲਟ ਹੋ ਸਕਦਾ ਤੁਹਾਡੀ ਪ੍ਰਾਪਰਟੀ ਜ਼ਬਤ ਹੋ ਸਕਦੀ ਹੈ, ਉਹ ਵੀ ਤੁਹਾਡੀ ਇੱਕ ਸਿਗਨੀਫੀਕੈਂਟ ਟਾਈ ਹੈਗੀ ਹੈ ਤਾਂ ਕਿ ਤੁਸੀਂ ਉਹਨੂੰ ਲੋਨ ਨੂੰ ਰਿਟਰਨ ਕਰਨਾ ਤੇ ਗੁੱਡ ਸਟੈਂਡਿੰਗ ਦੇ ਵਿੱਚ ਰਹਿਣਾ ਹੈਗਾ। ਇਸ ਤੋਂ ਇਲਾਵਾ ਤੁਹਾਨੂੰ ਕੋਈ ਇਹੋ ਜਿਹੀ ਚੀਜ਼, ਕੋਈ ਸੈਟ ਆਫ ਸਰਕਮਸਟੈਂਸਸ ਨੇ ਜਿਹੜੀਆਂ ਤੁਹਾਡੀ ਪ੍ਰੈਜ਼ੈਂਸ ਨੂੰ ਰਿਕੁਆਇਰ ਕਰਦੀਆਂ ਨੇ ਉੱਥੇ। ਉਹ ਹੋ ਸਕਦਾ ਕੋਈ ਕੋਰਟ ਡੇਟ ਹੋ ਸਕਦੀ ਹੈ ਜਿਹਨੂੰ ਤੁਸੀਂ ਜਾ ਕੇ ਅਟੈਂਡ ਕਰਨਾ। ਤੁਸੀਂ ਖੁਦ ਇਹੋ ਜਿਹੇ ਪ੍ਰੋਫੈਸ਼ਨ 'ਚ ਕੰਮ ਕਰਦੇ ਹੋ
ਜਿਹੜੀ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਉੱਥੇ ਪ੍ਰੈਜ਼ੈਂਟ ਹੋਣੇ ਜ਼ਰੂਰੀ ਹੈਗੇ। ਇਹ ਸਿਗਨੀਫੀਕੈਂਟ ਟਾਈਜ਼ ਨੇ। ਜਿਹੜਾ ਬੈਂਕ ਚੋਂ ਕਿੰਨੇ ਪੈਸੇ ਨੇ, ਮੇਰੀ ਜ਼ਮੀਨ ਜਾਇਦਾਦ ਕੀ ਹੈਗੀ ਹੈ, ਉਹ ਤੁਹਾਡੀ ਫਾਈਨੈਂਸ਼ੀਅਲ ਐਬਿਲਿਟੀ ਦਿਖਾਉਂਦਾ ਹੈਗਾ। ਉਹ ਦਿਖਾਉਂਦਾ ਕਿ ਤੁਸੀਂ ਇਹ ਟ੍ਰਿਪ ਨੂੰ ਜਿਹੜਾ ਅਫੋਰਡ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਜਿਹੜੀਆਂ ਟਾਈਜ਼ ਨੇ ਇਹ ਬਹੁਤ ਇਲੈਬੋਰੇਟ ਤਰੀਕੇ ਨਾਲ ਮੈਜ਼ਰ ਕੀਤੀਆਂ ਜਾ ਸਕਦੀਆਂ। ਹੁਣ ਬੰਦਾ ਕੋਈ ਨੌਕਰੀ ਨਹੀਂ ਕਰਦਾ, ਕੋਈ ਉਹਦਾ ਕਾਰੋਬਾਰ ਨਹੀਂ, ਕੋਈ ਉਹਦੇ ਕੋਲ ਜ਼ਮੀਨ ਜਾਇਦਾਦ ਨਹੀਂ, ਉਹਨੂੰ ਤਾਂ ਬਿਲਕੁਲ ਨਹੀਂ ਆਉਣ ਦੇਣਗੇ ਕਿਉਂਕਿ ਉਹਦੇ ਕੋਈ ਟਾਈਜ਼ ਨਹੀਂ ਹੈਗੀਆਂ। ਤੇ ਚੌਥਾ ਜਿਹੜਾ ਕ੍ਰਾਈਟੇਰੀਆ ਹੈਗਾ ਉਹ ਹੈਗਾ ਤੁਸੀਂ ਇੱਕ ਸਿਗਨੀਫੀਕੈਂਟ ਪਲਾਨ ਦੇਣਾ ਹੈਗਾ ਕਿ ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਤੁਸੀਂ ਵਾਪਸ ਜਾਣਾ ਕਿਵੇਂ ਹੈਗਾ। ਇਹ ਸਭ ਤੋਂ ਇੰਪੋਰਟੈਂਟ ਪਾਰਟ ਹੈ ਕਿਉਂਕਿ ਹਾਲੇ ਫੈਸਲਾ ਨਹੀਂ ਹੋਇਆ ਕਿ ਤੁਹਾਡਾ ਕੇਸ ਅਪਰੂਵ ਹੋਣਾ ਜਾਂ ਨਹੀਂ ਹੋਣਾ, ਤੁਸੀਂ ਉਹਦੇ ਦੌਰਾਨ ਵਿਜ਼ਿਟ ਵੀਜ਼ਾ ਮੰਗ ਰਹੇ ਹੋ। ਸੋ ਜਿਹੜੀ ਇਹ ਪਲਾਨ ਹੈ ਇਹਨੂੰ ਇਲੈਬੋਰੇਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ 'ਚ ਕੀ ਰੋਲ ਪਲੇ ਹੋ ਸਕਦਾ ਹੈ, ਰਿਟਰਨ ਟਿਕਟ, ਇਹ ਬਹੁਤ ਇੰਪੋਰਟੈਂਟ ਹੈਗਾ ਕਿ ਮੈਂ ਇੰਨੀ ਤਰੀਕ ਨੂੰ ਵਾਪਸ ਜਾਣਾ। ਸੋ ਜੇ ਟਿਕਟ ਹੈਗੀ ਹੈ ਉਹ ਵੀ ਇਰਵੋਕੇਬਲ ਹੋਣੀ ਚਾਹੀਦੀ ਹੈ, ਮਤਲਬ ਕਿ ਇਹ ਨਹੀਂ ਹੈਗਾ ਫਿਰ ਮੈਂ ਉਹ ਟਿਕਟ ਦੇ ਪੈਸੇ ਵਾਪਸ ਲੈ ਲਾਂ। ਦੂਜਾ, ਤੁਹਾਡੇ ਕੋਲ ਜੇ ਨੌਕਰੀ ਹੈ ਤਾਂ ਨੌਕਰੀ ਦੱਸਦੀ ਹੋਵੇ ਕਿ ਤੁਸੀਂ ਫਲਾਣੀ ਤਰੀਕ ਨੂੰ ਆ ਕੇ ਕੰਮ ਤੇ ਜੁਆਇਨ ਕਰਨਾ ਹੈਗਾ। ਸੋ ਜੇ ਤੁਸੀਂ ਇੰਨਾ ਚਿਰ ਨਹੀਂ ਆਉਂਦੇ ਤੋਂ ਬਾਅਦ ਆ ਕੇ ਜੁਆਇਨ ਕਰ ਸਕਦੇ ਹੋ, ਤੁਹਾਡੇ ਲਈ ਅਵੇਲੇਬਲ ਹੈਗੀ ਹੈ। ਉਹ ਤੋਂ ਬਾਅਦ ਜਿਹੜੇ ਤੁਹਾਡੇ ਕੇਸ ਦੇ ਉੱਤੇ ਸਪੈਸੀਫਿਸਿਟੀਜ਼ ਨੇ, ਤੁਸੀਂ ਫਾਈਨੈਂਸ਼ੀਅਲ ਸਪੋਰਟ ਇੱਕ ਦੂਜੇ ਨੂੰ ਕਰਦੇ ਹੋ ਕਿ ਉਹ ਕੰਟੀਨਿਊਡ ਰਹੂਗੀ ਕਿ ਨਹੀਂ ਰਹੂਗੀ, ਤੁਸੀਂ ਇੱਕ ਦੂਜੇ ਨੂੰ ਗੱਲਬਾਤ ਕਰਦੇ ਹੋ, ਟੈਲੀਫੋਨ ਕਾਲ ਕਰਦੇ ਹੋ, ਉਹ ਅਵੇਲੇਬਲ ਰਹੂਗੀ ਕਿ ਨਹੀਂ ਰਹੂਗੀ। ਕਿਉਂਕਿ ਜੇ ਸਪਾਊਸਲ ਰਿਲੇਸ਼ਨਸ਼ਿਪ ਹੈ ਤੁਸੀਂ ਨਾਲ ਇਹ ਵੀ ਪ੍ਰੂਵ ਕਰਨਾ ਨਾ ਇਹ ਕੰਟੀਨਿਊਡ ਰਹੂਗਾ। ਜੇ ਉਹ ਕੰਟੀਨਿਊਡ ਹੀ ਨਹੀਂ ਰਹੂਗਾ ਇਹਦਾ ਮਤਲਬ ਫਿਰ ਉਹ ਜੈਨੂਇਨ ਰਿਲੇਸ਼ਨਸ਼ਿਪ ਨਹੀਂ ਸੀਗਾ। ਸੋ ਸਿਗਨੀਫੀਕੈਂਟ ਪਲਾਨ ਹੈ ਜਿਹੜੀ ਤੁਸੀਂ ਦਓਗੇ ਤਾਂ ਤੁਹਾਡਾ ਕੇਸ ਜ਼ਰੂਰ ਅਪਰੂਵ ਹੋ ਜਾਊਗਾ। ਫਿਰ ਮੈਂ ਦੁਬਾਰੇ ਤੋਂ ਇਹ ਦੁਹਰਾ ਰਿਹਾ, ਇਹ 4 ਕ੍ਰਾਈਟੇਰੀਆ ਦਾ ਮਤਲਬ ਨਹੀਂ ਕਿ 4 ਕ੍ਰਾਈਟੇਰੀਆ ਟਿਕ ਕਰਕੇ ਤੇ ਤੁਸੀਂ ਕਰ ਸਕੋਗੇ। ਇਹਦੇ 'ਚ ਇਹਨੂੰ ਸਕਸੈਸ ਹੋਣ ਲਈ ਤੁਹਾਨੂੰ ਇੱਕ ਹਾਈਲੀ ਜਿਹੜੀ ਕੈਪੇਬਲ ਲੀਗਲ ਸਲਾਹ ਹੈ ਉਹਦੀ ਲੋੜ ਪੈਣੀ ਹੈ। ਸਰ, ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤੇ ਹੋਏ ਆ, ਫਾਈਲਸ ਇਸ ਵਕਤ ਲੱਗੀਆਂ ਹੋਈਆਂ ਨੇ ਆਲਰੇਡੀ ਪੀਆਰ ਦੇ ਲਈ, ਕੀ ਉਹ ਇਸ ਵਕਤ ਇਹਦੇ ਲਈ ਅਪਲਾਈ ਕਰ ਸਕਦੇ ਹੋ ਵਿਜ਼ਟਰ ਵੀਜ਼ਾ ਦੇ ਲਈ? ਬਿਲਕੁਲ ਅਪਲਾਈ ਕਰ ਸਕਦੇ ਨੇ ਜੇ ਉਹਨਾਂ ਨੂੰ ਸਪਾਂਸਰਸ਼ਿਪ ਅਪਰੂਵ ਹੋ ਚੁੱਕੀ ਹੈ, ਉਹਨਾਂ ਨੂੰ ਫਸਟ ਸਟੇਜ ਅਪਰੂਵਲ ਪੂਰੀਆਂ ਕਰਦੇ ਆ, ਬਿਲਕੁਲ ਕਰ ਸਕਦੇ ਆ। ਪਰ ਇਹ ਨਹੀਂ ਪੋਸੀਬਲ ਹੋ ਸਕਦਾ ਕਿ ਉਹਨਾਂ ਦੀ ਅਰਜ਼ੀ ਹਾਲੇ ਸਪਾਂਸਰਸ਼ਿਪ ਵੀ ਨਹੀਂ ਅਪਰੂਵ ਹੋਈ ਤੇ ਉਹ ਅਰਜ਼ੀ ਕਰ ਲੈਣ ਤੇ ਉਹ ਇਹ ਮੰਨਣ ਕਿ ਸਾਡਾ ਕੇਸ ਹੈ ਸਕਸੈਸ ਹੋ ਜਾਊਗਾ। ਜੀ ਬਿਲਕੁਲ, ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਿ ਕਾਲ ਸਾਨੂੰ ਇੱਕ ਕਰਕੇ ਫਾਰਵਰਡ ਕਰਨੀਆਂ ਸਟਾਰਟ ਕਰਨ ਤਾਂ ਕਿ ਜਿਹੜੇ ਇਸ ਵਕਤ ਦਰਸ਼ਕ ਲਾਈਨਸ ਨੇ ਉਹਨਾਂ ਦੇ ਸਵਾਲ ਅਸੀਂ ਲੈ ਸਕੀਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਬੋਲ ਰਿਹਾ ਸਟੋਨੀ ਕ੍ਰੀਕ ਤੋਂ ਬੋਲ ਰਿਹਾ ਜੀ ਸਰ, ਦੱਸੋ ਕੀ ਸਵਾਲ ਹੈ? ਮੇਰਾ ਸਵਾਲ ਹੈ, ਇਹ 2 ਸਵਾਲ ਹੈ। ਸਾਡੇ ਬ੍ਰਦਰ ਲਾ ਸਪੇਨ ਆ ਤਾਂ ਉਹ ਅੱਗੇ ਅਸੀਂ ਉਹਨਾਂ ਨੂੰ ਪੇਪਰ ਘੱਲੇ ਸੀ, ਉਹਨਾਂ ਨੂੰ ਮਲਟੀ ਵੀਜ਼ਾ ਮਿਲ ਗਿਆ ਸੀ 5 ਸਾਲ ਦਾ। ਉਹ ਇੱਥੇ ਗੇੜਾ ਵੀ ਮਾਰ ਗਿਆ 2018 ਦੇ ਵਿੱਚ। ਦੁਬਾਰਾ ਆਉਣਾ ਚਾਹੁੰਦੇ ਆ, ਇੱਥੇ ਆ ਕੇ ਉਹ ਸਟੇ ਮਾਰਦੇ ਆ ਵੀ ਉਹ ਹੈਗੇ ਇੱਥੇ ਪੱਕੇ ਤੌਰ ਤੇ ਕਿੱਦਾਂ ਆ? ਮੈਂ ਨਹੀਂ ਸਵਾਲ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਕਿ 2018 ਚ ਆ ਕੇ ਉਹ ਵਾਪਸ ਮੁੜ ਗਏ ਸੀ ਤੇ ਹੁਣ ਇੱਥੇ ਪੱਕੇ ਤੌਰ ਤੇ ਆ ਕੇ ਰਹਿਣਾ ਚਾਹੁੰਦੇ ਆ, ਕਿਸ ਤਰੀਕੇ ਨਾਲ ਆ ਸਕਦੇ ਨੇ? ਹਾਂਜੀ, ਯਾਨੀ ਉਹ ਪਰ ਸਾਡੇ ਤੇ ਨਹੀਂ ਉਹ ਕੋਈ ਡਿਫੈਂਸ ਨਹੀਂ ਕਰ ਸਕਦਾ ਵੀ ਜਾਂ ਅਸੀਂ ਅਪਲਾਈ ਕੀਤੇ ਆ ਕੋਈ ਮੈਡੀਕਲ ਜਾਂ ਅਸੀਂ ਦੁਬਾਰਾ ਸਪੋਂਸਰ ਨਹੀਂ ਕਰ ਸਕਦੇ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ। ਉਹ ਹੁਣ ਕਹਿੰਦੇ ਵੀ ਇੱਥੇ ਆ ਕੇ ਕੋਈ ਸਟੇ ਮਾਰਨਾ ਚਾਹੁੰਦੇ, ਜਿਹੜੇ ਇੰਨੇ ਪੜ੍ਹੇ ਲਿਖੇ ਨਹੀਂ, ਉਹਨਾਂ ਦੀ ਜਿਹੜੀ ਵਾਈਫ ਆ ਉਹ ਨਹੀਂ BA ਕੀਤੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਨੈਕਸਟ ਕਾਲਰ ਜੁੜ ਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? हाँ, मैं ऑटो ਤੋਂ बोल रहा हूँ जी सर, की सवाल है? हाँ, मेरी PR की फाइल आई थी बेटे ने, 2 साल तो ऊपर हो गया उन्होंने जी। मेरा रीअप्रूवल भी आ गया ਸੀਗਾ ਵੀ ਤੇ ਉਸ ਤੋਂ ਬਾਅਦ ਹਜੇ ਤੱਕ ਉਹਨੇ ਪਾਸਪੋਰਟ ਨਹੀਂ ਮੰਗਿਆ ਮੇਰਾ। ਜੀ ਜ਼ਰੂਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਨੈਕਸਟ ਕਾਲਰ ਲੈ ਰਹੀ ਹਾਂ। ਹੈਲੋ ਜੀ, ਆਪਣੇ ਦਰਸ਼ਕਾਂ ਨੂੰ ਕਹਾਂਗੇ ਤੁਸੀਂ ਟੀਵੀ ਸਕਰੀਨ ਦੀ ਆਵਾਜ਼ ਸੁਣ ਕੇ ਨਾ ਸਾਡੇ ਨਾਲ ਗੱਲ ਕਰਿਆ ਕਰੋ, ਸਿੱਧਾ ਫੋਨ ਤੇ ਡਾਇਰੈਕਟਲੀ ਸਾਡੇ ਨਾਲ ਗੱਲ ਕਰਿਆ ਕਰੋ। ਲਾਸਟ ਕਾਲ ਇਸ ਵਕਤ ਪ੍ਰੋਗਰਾਮ ਦੀ ਅਸੀਂ ਲੈ ਰਹੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ। ਦੱਸੋ ਕੀ ਸਵਾਲ ਹੈ? ਮੈਂ ਪੁੱਛਣਾ ਚਾਹੁੰਦੀ ਸੀਗੀ ਕਿ ਮੇਰੀ ਸਿਸਟਰ ਆਉਣਾ ਚਾਹੁੰਦੇ ਆ ਮੇਰੇ ਸਮੈਸਟਰ 'ਚ ਇਨਟੇਕ ਨੀਟ ਕਾਲਜ ਵਿੱਚ, ਤੇ ਉਹਨਾਂ ਦਾ ਐਕਚੁਅਲੀ ਉਹਨਾਂ ਨੂੰ ਪਾਰਟ ਟਾਈਮ ਜੌਬ ਮਿਲ ਰਿਹਾ, ਕੋਰਸ ਫੁੱਲ ਟਾਈਮ ਨਹੀਂ ਮਿਲ ਰਿਹਾ। ਉਹਦੇ ਵਿੱਚ ਉਹਨਾਂ ਦੇ ਕਿੰਨੇ ਚਾਂਸਿਸ ਹੁੰਦੇ ਆ ਕਿ ਵਰਕ ਪਰਮਿਟ ਮਿਲੂਗਾ ਉਹਨਾਂ ਨੂੰ?
ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ। ਆਪਾਂ ਆਨਸਰ ਦੇਣੇ ਸ਼ੁਰੂ ਕਰੀਏ। ਜਿਨ੍ਹਾਂ ਨੇ ਇੱਕ ਕਾਲ ਕੀਤੀ ਸੀ, ਸਾਨੂੰ ਪੁੱਛ ਰਹੇ ਸੀ ਬ੍ਰਦਰ ਇਨ ਲਾ ਜਿਨ੍ਹਾਂ ਦੇ ਸਪੇਨ ਚ ਰਹਿੰਦੇ ਨੇ ਤੇ ਇੱਥੇ ਸਟੇ ਕਰਨਾ ਚਾਹੁੰਦੇ ਨੇ। ਸੋ ਇਹਨਾਂ ਦਾ ਐਕਚੁਅਲੀ ਮੇਨ ਕੰਸਰਨ ਇਹ ਸੀ ਕਿ ਇਹਨਾਂ ਨੇ ਉਹਨਾਂ ਨੂੰ ਸੱਦਿਆ ਸੀ, ਸੋ ਇਹਨਾਂ ਦਾ ਫਿਕਰ ਹੈਗਾ ਕਿ ਜੋ ਇੱਥੇ ਆ ਕੇ ਕਰ ਜਾਂਦੇ ਆ ਤਾਂ ਇਹਨਾਂ ਤੇ ਕੀ ਅਸਰ ਆਊਗਾ। ਇਹਨਾਂ ਤੇ ਬਿਲਕੁਲ ਕੋਈ ਅਸਰ ਨਹੀਂ ਆਊਗਾ, ਨਾ ਹੀ ਇਹਨਾਂ ਨੇ ਉਹਨੂੰ ਸੱਦਿਆ ਸੀ। ਜਿਹੜਾ ਵਿਜ਼ਿਟਰ ਵੀਜ਼ਾ ਹੈਗਾ ਉਹ ਇੰਡੀਵਿਜੂਅਲ ਨੂੰ ਮਿਲਿਆ ਹੈਗਾ, ਇਹਨਾਂ ਕਰਕੇ ਨਹੀਂ ਮਿਲਿਆ। ਇਹ ਸਿਰਫ ਇਨਵਾਈਟ ਕਰਨ ਵਾਲੇ ਸੀ, ਇਹ ਇਨਵਾਈਟ ਕਰਨ ਵਾਲੇ ਸੀ ਕਿ ਇਹ ਸਾਨੂੰ ਆ ਕੇ ਮਿਲਣਾ ਚਾਹੁੰਦੇ ਆ, ਇਹਨਾਂ ਨੇ ਸਿਰਫ ਸੱਦਾ ਦਿੱਤਾ। ਹੁਣ ਆਪਾਂ ਵਿਆਹ ਦੇ ਉੱਤੇ ਕਿੰਨੇ ਲੋਕਾਂ ਨੂੰ ਸੱਦਾ ਭੇਜਦੇ ਆ, ਤੇ ਜੇ ਕੋਈ ਆ ਕੇ ਉਹ ਕੁਛ ਕਰਦੇ ਬੰਦਾ ਤਾਂ ਸੱਦਣ ਵਾਲਾ ਰਿਸਪੌਂਸਿਬਲ ਨਹੀਂ ਹੈਗਾ, ਉਹ ਤਾਂ ਇੰਡੀਵਿਜੂਅਲ ਰਿਸਪੌਂਸਿਬਲ ਹੈ ਜਿਹੜਾ ਗਲਤੀ ਕਰੂਗਾ। ਸੋ ਇਹਨਾਂ ਤੇ ਕੋਈ ਵੀ ਅਸਰ ਨਹੀਂ ਆਊਗਾ, ਨਾ ਇਹਨਾਂ ਨੂੰ ਕੋਈ ਮੋਨਿਟਰੀ ਜਿਹੜੀ ਪੈਨਲਟੀ ਮਿਲ ਹੋ ਸਕਦੀ ਹੈ, ਨਾ ਇਹਨਾਂ ਕੋਈ ਮੈਡੀਕਲ ਦਾ ਖਰਚਾ ਪੈ ਸਕਦਾ ਹੈ। ਸੋ ਇਹਨਾਂ ਦਾ ਟੈਕਨੀਕਲੀ ਉਹ ਐਪਲੀਕੇਸ਼ਨ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਜੀ। ਨੈਕਸਟ ਸੀ ਵਾਟਵਾ ਤੋਂ ਕਾਲ ਆਈ ਸੀ, ਪੀਆਰ ਦੀ ਫਾਈਲ ਨੂੰ 2 ਸਾਲ ਹੋ ਗਏ ਨੇ ਤੇ ਉਹ ਪੁੱਛਣਾ ਚਾਹੁੰਦੇ ਸੀ ਇਹਦੇ ਬਾਰੇ ਵਿੱਚ ਵੀ ਪਾਸਪੋਰਟ ਹਜੇ ਤੱਕ ਨਹੀਂ ਮੰਗਿਆ ਉਹਨਾਂ ਨੇ ਜੀ। ਬਿਲਕੁਲ, ਸੋ ਜਿਹੜੀਆਂ ਪੈਰੈਂਟਲ ਐਪਲੀਕੇਸ਼ਨਸ ਨੇ ਉਹਨੂੰ ਕਰੀਬਨ 3 ਤੋਂ 4 ਸਾਲ ਦਾ ਸਮਾਂ ਲੱਗਦਾ ਹੈਗਾ। ਸੋ ਹਾਲੇ ਉਹਨਾਂ ਨੂੰ 2 ਸਾਲ ਹੋਏ ਨੇ, ਪ੍ਰੋਬਬਲੀ ਉਹਨਾਂ ਨੂੰ ਹਾਲੇ 1.5-2 ਸਾਲ ਹੋਰ ਇੰਤਜ਼ਾਰ ਕਰਨਾ ਪੈਣਾ, ਉਸ ਤੋਂ ਬਾਅਦ ਉਹਨਾਂ ਦੀ ਵਾਰੀ ਆਊਗੀ ਜੀ। ਬਿਲਕੁਲ। ਨੈਕਸਟ ਹੈਗਾ ਜੀ ਬ੍ਰੈਂਪਟਨ ਦੇ ਵਿੱਚ ਜਿਨ੍ਹਾਂ ਨੇ ਕਾਲ ਕੀਤੀ ਸੀ ਕਿ ਸਿਸਟਰ ਜਿਹੜੀ ਆ ਨਵੀਂ ਇਨਟੇਕ ਲਈ ਆਉਣਾ ਚਾਹੁੰਦੀ, ਪਾਰਟ ਟਾਈਮ ਦੇ ਬਾਅਦ ਵਰਕ ਪਰਮਿਟ ਮਿਲ ਸਕਦਾ ਕਿ ਨਹੀਂ? ਬਿਲਕੁਲ ਨਹੀਂ ਮਿਲੂਗਾ ਜੀ, ਕਿਉਂਕਿ ਜਿਹੜੀ ਸੈਕਸ਼ਨ 220 ਸਬਸੈਕਸ਼ਨ 1 ਹੈਗੀ ਉਹਦੀ ਰਿਕੁਆਇਰਮੈਂਟ ਹੈ ਕਿ ਫੁੱਲ ਟਾਈਮ ਕੋਰਸ ਹੋਣਾ ਜ਼ਰੂਰੀ ਹੈਗਾ। ਪਾਰਟ ਟਾਈਮ ਜੇ ਕੋਰਸ ਹੈਗਾ ਤਾਂ ਉਹਦੇ ਤੇ ਬਿਲਕੁਲ ਉਹ ਕੰਡੀਸ਼ਨ ਮੀਟ ਨਹੀਂ ਕਰਦੇ, ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ। ਸੋ ਜਿਹੜੇ 2 ਕ੍ਰਾਈਟੇਰੀਆ ਜਿਹੜਾ ਕੰਡੀਸ਼ਨਸ ਉਹਨਾਂ ਸਟੱਡੀ ਪਰਮਿਟ ਹੋਲਡਰ ਹੈਗਾ, ਪਹਿਲਾਂ ਤਾਂ ਉਹ ਇਨਰੋਲਡ ਹੋਣੇ ਚਾਹੀਦੇ ਨੇ ਫੁੱਲ ਟਾਈਮ in a designated learning institution, so word is full time not part time। ਤੇ ਦੂਜਾ ਉਹ ਐਕਟਿਵਲੀ ਪਰਸੂ ਕਰਦੇ ਹੋਣੇ ਚਾਹੀਦੇ ਨੇ ਆਪਣੀ ਫੁੱਲ ਟਾਈਮ ਐਜੂਕੇਸ਼ਨ ਨੂੰ। ਹੁਣ ਜੋ ਪਾਰਟ ਟਾਈਮ ਕਰਦੇ ਨੇ ਤਾਂ ਐਕਟਿਵਲੀ ਤਾਂ ਪਰਸੂ ਨਹੀਂ ਕਰ ਰਹੇ, ਤਾਂ ਉਹ ਬਿਲਕੁਲ ਨਹੀਂ ਹੋਊਗਾ ਜੀ। ਪਾਰਟ ਟਾਈਮ ਕੋਰਸ ਲੈ ਕੇ ਨਾ ਹੀ ਉਹਨਾਂ ਨੂੰ ਵਰਕ ਪਰਮਿਟ ਮਿਲਣਾ ਤੇ ਨਾ ਹੀ ਉਹਨਾਂ ਨੂੰ ਜਿਹੜਾ ਸਟੱਡੀ ਵੀਜ਼ਾ ਉਹਦੇ ਵਿੱਚ ਉਹਨੇ ਚਾਂਸਸ ਘੱਟ ਹੋਣਗੇ। ਸੋ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਰਿਕੁਆਇਰਡ ਹੈ ਕਿ ਉਹ ਫੁੱਲ ਟਾਈਮ ਹੋਵੇ ਤੇ ਐਕਟਿਵਲੀ ਆਪਣੀ ਐਜੂਕੇਸ਼ਨ ਨੂੰ ਪਰਸੂ ਕਰਦਾ ਹੋਵੇ, ਤਾਂ ਹੀ ਉਹਨੂੰ ਵਰਕ ਪਰਮਿਟ ਹੈ ਜਿਹੜਾ ਮਿਲਣਾ ਹੈ ਜੀ। ਬਿਲਕੁਲ। ਅੱਜ ਸਮਾਂ ਵੀ ਕਾਫੀ ਘੱਟ ਸੀ ਆਪਣੇ ਕੋਲ, ਕਾਫੀ ਕਾਲਸ ਵੀ ਆਈਆਂ ਨੇ ਤੇ ਹੁਣ ਆਪਾਂ ਜਿਹੜਾ ਗੱਲ ਕੀਤੀ ਆ ਸਪਾਊਸ ਵੀਜ਼ਾ ਦੇ ਬਾਰੇ ਵਿੱਚ ਕਿ ਉਹਨਾਂ ਨੂੰ ਹੁਣ ਵਿਜ਼ਟਰ ਵੀਜ਼ਾ ਮਿਲ ਸਕਦਾ, ਅਖੀਰ ਦੇ ਵਿੱਚ ਹੁਣ ਦਰਸ਼ਕਾਂ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ? ਜੇ ਕੋਈ ਵੀ ਇੰਡੀਵਿਜੂਅਲ ਹੈ ਜਿਹਨੇ ਆਪਣੀ ਹਸਬੈਂਡ ਜਾਂ ਵਾਈਫ ਲਈ ਪੱਕੇ ਤੌਰ ਤੇ ਵਿਆਹ ਦੀ ਅਰਜ਼ੀ ਕੀਤੀ ਹੈ ਕੈਨੇਡਾ ਤੋਂ ਬਾਹਰ, ਤੇ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਵਿਜ਼ਟਰ ਵੀਜ਼ਾ ਮਿਲ ਜੇ, ਉਹ ਇੱਥੇ ਆ ਕੇ ਉਹਨਾਂ ਦੇ ਨਾਲ ਇਕੱਠਾ ਟਾਈਮ ਸਪੈਂਡ ਕਰ ਸਕਣ ਜਦੋਂ ਤੱਕ ਉਹਨਾਂ ਦਾ ਕੇਸ ਨਹੀਂ ਡਿਸਾਈਡ ਹੋ ਜਾਂਦਾ, ਉਹਨਾਂ ਲਈ ਆ 4 ਕ੍ਰਾਈਟੇਰੀਆ ਮੀਟ ਕਰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਉਹਨਾਂ ਦੀ ਸਪਾਂਸਰਸ਼ਿਪ ਅਰਜ਼ੀ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ। ਦੂਜੀ ਉਹਨਾਂ ਦੀ ਫਸਟ ਸਟੇਜ ਅਪਰੂਵਲ ਹੋਣੀ ਚਾਹੀਦੀ ਹੈ ਪਰਮਨੈਂਟ ਰੈਜ਼ੀਡੈਂਸ ਦੀ। ਤੀਜੀ ਉਹਨਾਂ ਕੋਲੇ ਸਿਗਨੀਫਿਕੈਂਟ ਟਾਈਜ਼ ਹੋਣੇ ਚਾਹੀਦੀਆਂ ਨੇ ਆਪਣੇ ਹੋਮ ਕੰਟਰੀ ਨਾਲ। ਚੌਥਾ ਉਹਨਾਂ ਨੇ ਪਲਾਨ ਪ੍ਰੈਜ਼ੈਂਟ ਕਰਨਾ ਹੈ ਕਿ ਜੇ ਕੇਸ ਨਹੀਂ ਮਨਜ਼ੂਰ ਹੁੰਦਾ ਪੱਕੇ ਤੌਰ ਵਾਲਾ ਤਾਂ ਉਹ ਕੈਨੇਡਾ ਛੱਡ ਕੇ ਵਾਪਸ ਜਾਣਗੇ। ਜੇ 4 ਕ੍ਰਾਈਟੇਰੀਆ ਕੋਈ ਵੀ ਪੂਰਾ ਕਰਦਾ ਤਾਂ ਉਹਦੇ ਸਪਾਊਸ ਨੂੰ ਹੈ ਜਿਹੜਾ ਵਿਜ਼ਟਰ ਵੀਜ਼ਾ ਮਿਲ ਜੂਗਾ, ਉਹ ਇੱਥੇ ਆ ਸਕਦੇ ਆ ਤੇ ਉਹ ਇੰਤਜ਼ਾਰ ਕਰ ਸਕਦੇ ਆ ਜਦੋਂ ਤੱਕ ਉਹਨਾਂ ਦਾ ਕੇਸ ਅਪਰੂਵ ਨਹੀਂ ਹੁੰਦਾ। ਤਾਂ ਦੂਜਾ ਨਾਲ ਜੋ ਇੱਥੇ ਆ ਜਾਂਦੇ ਨੇ ਤਾਂ ਵਿਦਨ ਕੈਨੇਡਾ ਕੇਸ ਵੀ ਅਪਲਾਈ ਕਰ ਸਕਦੇ ਨੇ, ਫਿਰ ਉਹਨਾਂ ਨੂੰ ਵਰਕ ਪਰਮਿਟ ਵੀ ਮਿਲ ਸੂ ਤੇ ਇਕੱਠੇ ਰਹਿ ਵੀ ਸਕਦੇ ਹੈਗੇ ਨੇ। ਸੋ ਇਹ ਵੀ ਇੱਕ ਪਲਾਨ ਦੇ ਵਿੱਚ ਤੁਸੀਂ ਪ੍ਰੈਜ਼ੈਂਟ ਹੈ ਜਿਹੜਾ ਕਰ ਸਕਦੇ ਹੈਗੇ ਜੀ। ਬਿਲਕੁਲ। ਪਰ ਇਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸ ਦਈਏ ਕਿ ਜਿੰਨੀ ਆਪਾਂ ਪ੍ਰੋਗਰਾਮ 'ਚ ਡਿਟੇਲ ਦਿੱਤੀ ਹੈ, ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸਰਕਮਸਟੈਂਸਸ ਜਿਹੜੇ ਆ ਵੇਖੇ ਜਾਣਗੇ, ਕਿਉਂਕਿ ਦੂਰੀ ਨੌਲੇਜ ਨਾਲ ਨਾ ਕੋਈ ਅਪਲਾਈ ਕਰਦਾ ਹੋਵੇ। ਬਿਲਕੁਲ ਜੀ, ਕਿਉਂਕਿ ਜਿਹੜੀ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਇਹ ਜਾਣਕਾਰੀ ਹੈ, ਜਨਰਲ ਜੈਨਰਿਕ ਜਾਣਕਾਰੀ ਹੈ, ਇਹ ਕੇਸ ਸਪੈਸੀਫਿਕ ਸਲਾਹ ਨਹੀਂ ਹੈਗੀ ਹੈ। ਸੋ ਹੁਣ ਜੇ ਕਿਸੇ ਦੇ ਕੇਸ ਦੇ ਵਿੱਚ ਉਹੋ ਜਿਹੀ ਕੰਪਲਿਕੇਸ਼ਨਸ ਹੋਣਗੀਆਂ ਤਾਂ ਉਵੇਂ ਉਹਨਾਂ ਦਾ ਕੇਸ ਦਾ ਜਿਹੜਾ ਦਾਇਰਾ ਉਹ ਬਦਲ ਸਕਦਾ ਹੈ। ਜਿਵੇਂ ਅੱਜ ਗੁੱਡ ਐਗਜ਼ਾਮਪਲ ਸੀ ਕਾਲਰ ਕਿ ਉਹਨਾਂ ਨੇ ਆਪਾਂ ਤੋਂ ਸੁਣ ਕੇ ਖੁਦੇ ਅਪਲਾਈ ਕਰਤਾ ਤੇ ਉਹਨਾਂ ਨੇ ਕਿਹਾ ਸਾਨੂੰ ਕੋਈ ਜਵਾਬ ਨਹੀਂ ਆ ਰਿਹਾ ਹੈਗਾ। ਸੋ ਮੈਂ ਆਲਵੇਜ਼ ਇਹ ਗੱਲ ਨੂੰ ਰੀਇਟਰੇਟ ਕਰਦਾ ਨਾ, ਬਾਰੀ ਦੁਹਰਾਉਣਾ ਹੁੰਦਾ ਜੀ ਕਿ ਇਮੀਗ੍ਰੇਸ਼ਨ ਹੈ ਜਿਹੜਾ ਉਹ ਕਾਨੂੰਨ ਹੈਗਾ, ਇਮੀਗ੍ਰੇਸ਼ਨ ਸਰਵਿਸ ਨਹੀਂ ਹੈਗੀ। ਜਦੋਂ ਵੀ ਤੁਸੀਂ ਇਮੀਗ੍ਰੇਸ਼ਨ ਦੇ ਮਾਮਲੇ 'ਚ ਕੋਈ ਗੱਲ ਕਰਨੀ ਹੈ ਤਾਂ ਇੱਕ ਕੰਪੀਟੈਂਟ ਕਾਨੂੰਨੀ ਸਲਾਹ ਜ਼ਰੂਰ ਲਿਆ ਕਰੋ। ਬਿਲਕੁਲ ਜੀ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ। ਧੰਨਵਾਦ ਜੀ। ਸੋ ਦਰਸ਼ਕਾਂ ਨੂੰ ਵੀ ਇਹੀ ਅਸੀਂ ਜ਼ਰੂਰ ਕਹਿਣਾ ਚਾਹਾਂਗੇ ਕਿਉਂਕਿ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕੈਨੇਡੀਅਨ ਇਮੀਗ੍ਰੇਸ਼ਨ ਵਿੱਚ ਹਰ ਰੋਜ਼ ਨਵੀਆਂ ਅਪਡੇਸ਼ਨ ਸਾਹਮਣੇ ਆ ਰਹੀਆਂ ਨੇ। ਪ੍ਰੋਗਰਾਮ ਵਿੱਚ ਸੁਣ ਕੇ ਕੋਈ ਵੀ ਗੱਲ ਤੁਸੀਂ ਅਪਲਾਈ ਨਾ ਕਰੋ। ਹਰ ਕੇਸ ਦੀ ਅਲੱਗ-ਅਲੱਗ ਕ੍ਰਾਈਟੇਰੀਆ ਹੈ, ਤੁਹਾਡੇ ਡਿਫਰੈਂਟ ਸਰਕਮਸਟੈਂਸਸ ਹੈਗੇ। ਇੱਕ ਵਾਰੀ ਕਾਨੂੰਨੀ ਸਲਾਹ ਜ਼ਰੂਰ ਲਵੋ। ਸੋ ਤੁਸੀਂ ਮਿਸਟਰ ਖਹਿਰਾ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹਨਾਂ ਦੇ ਸਾਰੇ ਆਫਿਸਿਸ ਤੇ ਫੋਨ ਨੰਬਰ ਅਸੀਂ ਨਾਲ ਹੀ ਪ੍ਰੋਵਾਈਡ ਕੀਤੇ ਹੋਏ ਨੇ। ਫਿਲਹਾਲ ਜਿਨ੍ਹਾਂ ਦੀਆਂ ਅਸੀਂ ਕਾਲਸ ਅਟੈਂਡ ਨਹੀਂ ਕਰ ਪਾਏ ਉਹਨਾਂ ਤੋਂ ਮਾਫੀ ਚਾਹਾਂਗੇ। ਕੱਲ ਨੂੰ ਫਿਰ ਅਸੀਂ ਹਾਜ਼ਰ ਹੋਵਾਂਗੇ 3 ਵਜੇ ਲੈ ਕੇ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।